8-10 ਵਾਰੀ SSP ਕਪੂਰਥਲੇ ਤੋਂ ਦਰਖਾਸਤ ਮੁੜ ਕੇ ਆ ਗਈ। ਇਹ ਰਿਪੋਰਟ ਬਣਾ ਕੇ ਭੇਜ ਦਿੰਦੇ ਆ, ਜਿੱਦਾਂ ਦਰਖਾਸਤਾਂ ਨੂੰ ਝੂਟੇ ਦੇ ਰਹੇ ਨਾ, ਕਿਲੋਮੀਟਰ ਪੂਰੇ ਕਰਦੇ ਆ, ਉਹ ਕੰਮ ਕਰ ਰਹੇ ਆ। ਜਿਹੜੇ ASI ਦੀ ਉਹਦੀ ਬਦਲੀ ਹੋ ਗਈ ਸਿਟੀ ਥਾਣੇ ਦੇ ਵਿੱਚ, ਤੇ ਉਹ ਦਰਖਾਸਤ ਨਾਲ ਹੀ ਲੈ ਗਿਆ। ਕਹਿੰਦੇ ਤੁਸੀਂ ਜਿਹੜਾ ਐਗਰੀਮੈਂਟ ਲਿਆ ਉਹ ਕਚਹਿਰੀਆਂ 'ਚੋਂ ਫਗਵਾੜੇ ਸਿਟੀ ਦੇ ਵਿੱਚੋਂ ਲਿਆ ਆ, ਆਪਣੇ ਕਚਹਿਰੀਆਂ ਦੇ ਵਿੱਚੋਂ। ਉਹ ਜਿਹੜੀ ਕਚਹਿਰੀ ਆ ਉਹ ਸਿਟੀ ਏਰੀਏ ਦੇ ਵਿੱਚ ਆਉਂਦੀ, ਤੁਹਾਡੀ ਦਰਖਾਸਤ ਸਿਟੀ ਦੀ ਬਣਦੀ ਆ। ਦੱਸੋ 4 ਸਾਲ ਬਾਅਦ ਚੇਤੇ ਆਇਆ ਇਹਨਾਂ ਨੂੰ, ਉਹ ਦਰਖਾਸਤ ਸਿਟੀ ਦੀ ਬਣਦੀ ਆ। ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਡਿਊਟੀ ਅਫਸਰ, ਉਹਨੂੰ ਸਸਪੈਂਡ ਕਰੋ। ਨਹੀਂ ਸਸਪੈਂਡ ਕਰਨਾ, ਕਿਸੇ ਖੂੰਜੇ ਲਾਓ, ਚੌਂਕਾਂ ਦੇ ਵਿੱਚ ਡਿਊਟੀਆਂ ਲਾ ਦਿਓ, ਕਿਸੇ ਪਾਸੇ ਲਾ ਦਿਓ। ਪੁਲਿਸ ਜਿਹੜੀ ਹੈ ਉਹ ਵੱਡੇ ਜਿਹੜੇ ਸਰਮਾਏਦਾਰ ਆ, ਕਰੋੜਾਪਤੀ ਬੰਦੇ ਆ, ਉਹਨਾਂ ਦਾ ਸਾਥ ਦੇ ਕੇ ਉਹ ਸਾਡੇ ਗਰੀਬ ਲੋਕਾਂ ਨੂੰ, ਸਾਡੇ ਮਾੜੇ ਲੋਕਾਂ ਨੂੰ ਪਰਚੇ ਕਰਕੇ ਸਾਨੂੰ ਦੱਬਦੀ ਆ। ਵੀ ਦਫ਼ਤਰ ਲੋਕਾਂ ਦਾ ਆ। SP ਆ ਇੱਥੇ ਇੱਕ ਪੋਸਟ ਦੇ ਉੱਤੇ ਬਿਰਾਜਮਾਨ ਆ। SP ਤੁਹਾਡੇ ਤੋਂ ਪਹਿਲਾਂ ਵੀ ਆਏ ਸੀ, ਤੁਹਾਡੇ ਤੋਂ ਬਾਅਦ ਚ ਵੀ ਆਉਣੇ ਆ। ਵੈਸੇ ਮੈਂ ਇੱਥੇ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਇੱਥੇ ਫਿਰ ਇੱਕ ਕਹਾਵਤ ਹੈ ਪੰਜਾਬੀ ਦੀ ਵੀ, ਕਹਿੰਦੇ ਜਾਂ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ, ਹੈ ਨਾ। ਅਸੀਂ 13 ਤਰੀਕ ਨੂੰ ਇਹ ਗੱਲ ਕਹੀ ਸੀ ਵੀ SP ਸਾਹਿਬ 2 ਵਾਰੀ ਤਾਂ ਮਿਲੇ ਨਹੀਂ। ਹੁਣ 27 ਤਰੀਕ ਨੂੰ ਜੇ ਉਹ ਨਹੀਂ ਆਏ ਤਾਂ ਦਫ਼ਤਰ ਦੇ ਗੇਟ ਦੇ ਬਾਹਰ ਬੈਠਾਂਗੇ, ਜਿੱਦਣ ਆਉਣਗੇ ਉਦੋਂ ਮਿਲ ਲਾਂਗੇ। ਤਾਂ ਅੰਦਰ ਬੈਠੇ ਸੀ ਅੱਜ ਵੀ ਹੁਣ BJP ਵਾਲੇ ਰੌਲਾ ਪਾਉਂਦੇ ਆ ਵੀ ਯਾਰ ਇਹ ਤਾਂ ਸਾਡੇ ਤੇ ਜ਼ੁਲਮ ਉਹ ਕਰਦੇ। ਮੈਂ ਕਿਹਾ ਆਪਣਾ ਬੀਜੇ ਵੱਢਣ ਡਏ ਹਾਂ। ਅੱਜ 26 ਨਵੰਬਰ ਨੂੰ ਅਸੀਂ ਸੰਵਿਧਾਨ ਦਿਵਸ ਮਨਾ ਕੇ ਹਟੇ ਹਾਂ। ਸਾਡਾ ਭਾਰਤੀ ਸੰਵਿਧਾਨ, ਜਿਹਦੀ ਸ਼ੁਰੂਆਤ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਲਿਖਿਆ ਵੀ ਦ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ। ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਮਦਾਂ ਨੇ। ਉਹਨਾਂ ਮਦਾਂ ਦੇ ਵਿੱਚ ਇਹ ਹੱਕ ਦਿੱਤਾ ਗਿਆ ਆਮ ਲੋਕਾਂ ਨੂੰ ਕਿ ਤੁਸੀਂ ਜਿਹੜਾ ਆ ਉਹ ਆਪਣੇ ਹੱਕ ਲਈ, ਜੇ ਕੋਈ ਧੱਕੇਸ਼ਾਹੀ ਹੁੰਦੀ ਹੈ ਉਹਦੇ ਲਈ ਲੜਾਈ ਲੜ ਸਕਦੇ ਆ। ਇਸ ਲੜਾਈ ਦੇ ਲਈ ਥਾਣੇ, ਕਚਹਿਰੀਆਂ, ਅਦਾਲਤਾਂ ਜਿਹੜੀਆਂ ਉਹਦੀ ਸਥਾਪਨਾ ਕੀਤੀ ਗਈ। ਨਾਲ ਦੀ ਨਾਲ ਸੰਵਿਧਾਨ ਇਹ ਵੀ ਕਹਿੰਦਾ ਹੈ ਕਿ ਇਹਨਾਂ ਥਾਣਿਆਂ, ਕਚਹਿਰੀਆਂ ਦੇ ਵਿੱਚ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ, ਰੰਗ, ਨਸਲ, ਜ਼ਾਤ ਦੇ ਭੇਦ ਕਰਕੇ ਇਨਸਾਫ ਦੇਣ ਦੇ ਵਿੱਚ ਉਹਦੇ ਨਾਲ ਕੋਈ ਫਰਕ ਨਹੀਂ ਕੀਤਾ ਜਾਏਗਾ। ਪਰ ਅੱਜ ਵੀ ਥਾਣਿਆਂ, ਕਚਹਿਰੀਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਇਨਸਾਫ ਦੀ ਦਰਕਾਰ ਦੇ ਲਈ ਰੋਜ਼ ਗੇੜੇ ਮਾਰਦੇ ਨੇ। ਮੈਨੂੰ ਸੁਰਜੀਤ ਪਾਤਰ ਹੋਰਾਂ ਦਾ ਉਹ ਸ਼ੇਅਰ ਯਾਦ ਆਉਂਦਾ ਆ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਬੈਠੇ ਰਹਿਣਗੇ। ਉਹ ਸ਼ੇਅਰ ਦੇ ਮੁਤਾਬਕ ਜੇ ਅਸੀਂ ਦੇਖੀਏ ਕਿ ਸਭ ਤੋਂ ਪਹਿਲਾਂ ਫੈਸਲੇ ਪੰਚਾਇਤ, ਮੂਲ ਜਿਹੜਾ ਇਨਸਾਫ ਦੇਣ ਦਾ ਪੰਚਾਇਤਾਂ ਹੁੰਦੀਆਂ ਆ, ਇਹਦੇ ਤੋਂ ਬਾਅਦ ਗੱਲ ਥਾਣਿਆਂ ਦੇ ਵਿੱਚ ਪਹੁੰਚਦੀ ਹੈ। ਅੱਜ ਮਸਲਾ ਫਗਵਾੜੇ ਦੇ ਵਿੱਚ ਉੱਠਿਆ ਹੈ ਕਿ ਫਗਵਾੜੇ ਦੇ ਆਸ-ਪਾਸ ਦੇ ਪਿੰਡਾਂ ਦੇ ਥਾਣਿਆਂ ਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਕਈ ਸਾਲਾਂ ਤੱਕ, ਕਈ ਮਹੀਨਿਆਂ ਤੱਕ ਉਹ ਖੱਜਲ ਹੋ ਰਹੇ ਨੇ। ਇਸੇ ਕਰਕੇ SP ਦਫ਼ਤਰ ਦੇ ਅੱਗੇ ਅੱਜ ਇਹਨਾਂ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਇਹਨਾਂ ਲੋਕਾਂ ਦਾ ਸਿਆਸੀ ਇਸਤੇਮਾਲ ਵੀ ਕੀਤਾ ਜਾਂਦਾ ਜਦੋਂ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ। ਪਰ ਇਹਨਾਂ ਦੇ ਮਸਲੇ ਕੀ ਨੇ, ਕਿਸ ਤਰੀਕੇ ਨਾਲ ਥਾਣਿਆਂ ਦੇ ਵਿੱਚ ਇਹਨਾਂ ਦੀ ਖੱਜਲ ਖੁਆਰੀ ਹੁੰਦੀ ਹੈ, ਆਪਾਂ ਪ੍ਰੋਗਰਾਮ ਸੰਵਾਦ ਦੇ ਵਿੱਚ ਇਹਨਾਂ ਦੀ ਜ਼ੁਬਾਨੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਗੱਲ ਕੱਲੀ ਫਗਵਾੜੇ ਦੀ ਹੋਏਗੀ ਤੇ ਮੈਨੂੰ ਲੱਗਦਾ ਕਿ ਸਥਿਤੀਆਂ ਬਾਕੀ ਸ਼ਹਿਰਾਂ ਦੇ ਵਿੱਚ, ਬਾਕੀ ਜ਼ਿਲ੍ਹਿਆਂ ਦੇ ਵਿੱਚ, ਬਾਕੀ ਪਿੰਡਾਂ ਦੇ ਵਿੱਚ, ਬਾਕੀ ਥਾਣਿਆਂ ਦੇ ਵਿੱਚ ਵੀ ਲਗਭਗ ਇਹੋ ਜਿਹੀਆਂ ਹੋਣਗੀਆਂ। ਗੱਲਬਾਤ ਕਰ ਲਈ ਨੇ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ, ਕਿਹੜੇ ਪਿੰਡ ਤੋਂ ਆ, ਤੇ ਉਸ ਤੋਂ ਬਾਅਦ ਆਪਾਂ ਜਾਣਾਂਗੇ ਕਿ ਕੀ ਤੁਹਾਡਾ ਕੇਸ ਹੈ ਤੇ ਕਿੰਨਾ ਸਮਾਂ ਹੋ ਗਿਆ ਇਹਨਾਂ ਥਾਣਿਆਂ ਦੇ ਵਿੱਚ ਤੁਹਾਨੂੰ ਚੱਕਰ ਲਾਉਂਦੇ ਹਨ। ਮੇਰਾ ਨਾਮ ਆਸ਼ੂ ਜੱਸੀ ਆ, ਮੈਂ ਪਿੰਡ ਨੰਗਲ ਮੱਝਾ ਦਾ ਆ। ਸਾਡੇ 2 ਕੇਸ ਆ। ਇੱਕ ਤਾਂ 1 ਮਾਰਚ 2017 ਤੋਂ ਚੱਲ ਰਿਹਾ। ਕਿਸੇ ਪ੍ਰਾਪਰਟੀ ਡੀਲਰ ਨੇ 3 ਸਾਲ ਹੋ ਗਏ ਆ ਲਗਭਗ, 4 ਹੀ ਹੋ ਗਏ, ਜੇ ਜੱਜ ਦਾ ਵੀ 20 ਵੀ ਗਿਣੀਏ ਤਾਂ 4 ਹੀ ਹੋ ਗਏ ਲਗਭਗ। ਤੇ ਕਿਸੇ ਪ੍ਰਾਪਰਟੀ ਡੀਲਰ ਨੇ ਸਾਨੂੰ ਪ੍ਰਾਪਰਟੀ ਦੇ ਦਿੱਤੀ, ਉਹ ਪ੍ਰਾਪਰਟੀ ਉਹਦੇ ਨਾਂ ਤੇ ਹੀ ਨਹੀਂ ਗਈ। ਆਪਾਂ ਉਹਦੀ ਕੰਪਲੇਂਟ ਕਰਦੇ ਆ ਸਦਰ ਪੁਲਿਸ ਨੂੰ। ਸਦਰ ਪੁਲਿਸ ਕਹਿੰਦੀ ਇਹ ਕ੍ਰਾਈਮ ਨਹੀਂ ਬਣਦਾ। ਦੱਸੋ ਮੇਰੇ ਨਾਂ ਦੇ ਪ੍ਰਾਪਰਟੀ ਨਹੀਂ, ਮੈਂ ਤੁਹਾਡੇ ਨਾਲ ਐਗਰੀਮੈਂਟ ਬਣਨੇ, ਕ੍ਰਾਈਮ ਬਣਦਾ ਕਿ ਨਹੀਂ ਬਣਦਾ? ASI ਕਹਿੰਦਾ ਮੈਨੂੰ ਨਹੀਂ ਪਰਵਾਹ, ਜਿੱਥੇ ਮਰਜ਼ੀ ਮੇਰੀ ਸ਼ਿਕਾਇਤ ਕਰ ਦਿਓ। ASI ਦੀ ਸ਼ਿਕਾਇਤ ਕਰ ਦਿੰਦੇ ਆ, ਕੰਪਲੇਂਟ ਆ ਜਾਂਦੀ, ਨਾਲ ਆ ਜਾਂਦੀ, ਉਹ ਝੂਠੀ RTI ਤੁਹਾਨੂੰ ਦੇ ਦਿੰਦਾ। ਉਹ ਵੀ ਰਿਕਾਰਡ ਦੇ ਵਿੱਚ ਆ, ਜਿਹੜੀ ਬਾਅਦ ਚ ਰਿਕਾਰਡ ਦੇ ਵਿੱਚ ਆ ਰਹੀ ਆ। ਸਦਰ ਨੇ ਹੀ ਦੂਜੀ ਆਪਣੀ RTI ਦਿੱਤੀ, ਉਹਦੇ ਵਿੱਚ ਕਲੀਅਰ ਕੱਟ ਲਿਖਿਆ ਵੀ ਉਹ ਜਿਹੜੀ ਪਹਿਲੀ RTI ਉਸ ASI ਨੇ ਖੁਦ ਤਿਆਰ ਕਰਕੇ ਦਿੱਤੀ ਹੈ ਤੇ ਉਹਨੇ ਕਤਾਹੀ ਵਰਤੀ ਆ। ਮੈਨੂੰ ਥੋੜਾ ਜਿਹਾ ਸਪਸ਼ਟ ਕਰ ਦੇਣਾ, ਜਿੰਨਾ ਕੋ ਮੈਂ ਤੁਹਾਡੇ ਕੇਸ ਨੂੰ ਸੁਣਿਆ, ਕਿਉਂਕਿ ਉੱਥੇ ਜਦੋਂ ਮੰਚ ਤੇ ਬੋਲਿਆ ਜਾ ਰਿਹਾ ਸੀਗਾ, ਭਾਈ ਸਾਹਿਬ ਹੋਰਾਂ ਦਾ ਪ੍ਰਾਪਰਟੀ ਦਾ ਕੇਸ ਦੱਸ ਦਿੱਤਾ ਹੈ ਕਿ ਜਿਸ ਪ੍ਰਾਪਰਟੀ ਡੀਲਰ ਦੇ ਕੋਲ ਜ਼ਮੀਨ ਉਹਦੇ ਨਾਂ ਨਹੀਂ ਸੀਗੀ, ਉਹੀ ਜ਼ਮੀਨ ਇਹਨਾਂ ਦੇ ਨਾਮ ਕਰਵਾ ਦਿੱਤੀ ਔਰ 420 ਦਾ ਕੇਸ ਜਿਹੜਾ ਕਰਵਾਇਆ ਗਿਆ। ਕੇਸ ਜਿਹੜਾ ਆ ਉਹ ਇੱਥੋਂ ਤੱਕ ਪਹੁੰਚਾ ਕਿ ਇਹਨਾਂ ਨੇ ਜਦੋਂ ਰਿਪੋਰਟ ਮੰਗੀ ਤੇ ਇੱਕ RTI ਦੇ ਰਾਹੀਂ ਜਾਣਕਾਰੀ ਇਹਨਾਂ ਨੂੰ ਪਹੁੰਚਾਈ ਗਈ। ਉਹ ਜਾਣਕਾਰੀ ਅੱਧੀ ਅਧੂਰੀ ਸੀਗੀ। ਉਸ ਤੋਂ ਬਾਅਦ ਇੱਕ RTI ਹੋਰ ਪਾਈ ਗਈ ਤੇ ਉਸੇ ਜਿਹੜਾ ਥਾਣੇ ਦਾ ਮੁਨਸ਼ੀ ਇਹ ਲਿਖ ਕੇ ਭੇਜਦਾ ਕਿ ਜਿਹੜੇ ਪਹਿਲੇ ਪੁਲਿਸ ਅਫਸਰ ਨੇ RTI ਦੇ ਵਿੱਚ ਜਾਣਕਾਰੀ ਦਿੱਤੀ ਸੀ ਉਹ ਝੂਠੀ ਸੀ,
ਉਹ ਗਲਤ ਸੀ। ਸੋ ਇਸ ਤਰੀਕੇ ਨਾਲ ਵੀ ਆਰਟੀਆਈ ਦੇ ਵਿੱਚ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਆ। ਉਸ ਤੋਂ ਬਾਅਦ ਦੁਬਾਰਾ ਉਸ ਚੀਜ਼ ਤੇ ਆਰਟੀਆਈ ਪਾਈ ਗਈ ਵੀ ਜਿਹੜੇ ਡਾਕੂਮੈਂਟ ਉਸ ਵਿੱਚ ਲਗਾਏ ਗਏ ਆ ਉਹ ਸਾਨੂੰ ਕਾਪੀ ਦਿੱਤੀ ਜਾਵੇ। ਤਾਂ ਉਹਦੇ ਵਿੱਚ ਜਵਾਬ ਆਉਂਦਾ ਵੀ ਜਿਹੜੇ ਏਐਸਆਈ ਦੀ ਉਹਦੀ ਬਦਲੀ ਹੋ ਗਈ ਸਿਟੀ ਥਾਣੇ ਦੇ ਵਿੱਚ ਤੇ ਉਹ ਦਰਖਾਸਤ ਨਾਲ ਹੀ ਲੈ ਗਿਆ। ਤੁਸੀਂ ਦੱਸੋ ਉਸ ਏਐਸਆਈ ਤੇ ਵੀ ਕਾਰਵਾਈ ਨਹੀਂ ਹੋ ਰਹੀ। 8-10 ਵਾਰੀ ਐਸਐਸਪੀ ਕਪੂਰਥਲੇ ਤੋਂ ਦਰਖਾਸਤ ਮੁੜ ਕੇ ਆ ਗਈ, ਇਹ ਰਿਪੋਰਟ ਬਣਾ ਕੇ ਭੇਜ ਦਿੰਦੇ ਆ। ਜਿੱਦਾਂ ਦਰਖਾਸਤਾਂ ਨੂੰ ਝੂਟੇ ਦੇ ਰਹੇ ਨਾ, ਕਿਲੋਮੀਟਰ ਪੂਰੇ ਕਰਦੇ ਆ, ਉਹ ਕੰਮ ਕਰ ਰਹੇ ਆ ਤੇ ਇੱਥੋਂ ਦਰਖਾਸਤ ਭੇਜ ਦਿੰਦੇ ਆ। ਇੱਕ ਗੱਲ ਤਾਂ ਕਲੀਅਰ ਆ, ਜਾਂ ਤਾਂ ਇਹਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਜਾਂ ਕਪੂਰਥਲੇ ਵਾਲਿਆਂ ਨੂੰ ਕੰਮ ਨਹੀਂ ਕਰਨਾ ਆਉਂਦਾ। ਇਹ ਤਾਂ ਗੱਲ ਕਲੀਅਰ ਆ, ਕਿਉਂਕਿ ਉਹ ਇਤਰਾਜ਼ ਲਾ ਕੇ ਭੇਜ ਦਿੰਦੇ, ਇਹ ਰਿਪੋਰਟ ਉਹੀ ਸੇਮ ਬਣਾ ਕੇ ਭੇਜ ਦਿੰਦੇ ਆ। ਇੱਕ ਫਗਵਾੜੇ ਵਾਲਿਆਂ ਦੀ ਇਹ ਵੀ ਸਮੱਸਿਆ ਹੈ ਕਿ ਜੇ ਇੱਥੇ ਮਾਮਲਾ ਤੇ ਇੱਥੋਂ ਕਹਿੰਦੇ ਕਿ ਜ਼ਿਲ੍ਹੇ ਤੱਕ ਜਾਣਾ ਤਾਂ ਤੁਹਾਨੂੰ ਇੱਕ ਜ਼ਿਲ੍ਹਾ ਛੱਡ ਕੇ ਜਲੰਧਰ ਛੱਡ ਕੇ ਫਿਰ ਕਪੂਰਥਲੇ ਜਾਣਾ ਪੈਂਦਾ। ਹਾਂਜੀ। ਉੱਥੋਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਦੇ ਆ। 1.5 ਸਾਲ ਹੋ ਗਿਆ ਜਿਹੜਾ ਇਸ ਵੇਲੇ ਇਨਵੈਸਟੀਗੇਸ਼ਨ ਆਫੀਸਰ ਆ ਆਪਣੇ ਬਲਵਿੰਦਰ ਰਾਏ ਜੀ, ਉਹ ਪਤਾ ਕੀ ਕਹਿ ਰਹੇ ਆ, ਕਹਿੰਦੇ ਤੁਸੀਂ ਜਿਹੜਾ ਐਗਰੀਮੈਂਟ ਲਿਆ ਉਹ ਕਚਹਿਰੀਆਂ 'ਚ, ਉਹ ਫਗਵਾੜੇ ਸਿਟੀ ਦੇ ਵਿੱਚੋਂ ਲਿਆ ਆ, ਆਪਣੇ ਕਚਹਿਰੀਆਂ ਦੇ ਵਿੱਚੋਂ। ਉਹ ਜਿਹੜੀ ਕਚਹਿਰੀ ਆ ਉਹ ਸਿਟੀ ਏਰੀਆ ਦੇ ਵਿੱਚ ਆਉਂਦੀ, ਤੁਹਾਡੀ ਦਰਖਾਸਤ ਸਿਟੀ ਦੀ ਬਣਦੀ ਆ। ਦੱਸੋ 4 ਸਾਲ ਬਾਅਦ ਚੇਤੇ ਆਇਆ ਇਹਨਾਂ ਨੂੰ, ਉਹ ਦਰਖਾਸਤ ਸਿਟੀ ਦੀ ਬਣਦੀ ਆ। ਤਾਂ ਦੱਸੋ ਇਹ ਕੋਈ ਬਣਦੀ ਗੱਲ? ਤੁਸੀਂ ਆਪ ਦੱਸੋ। ਅਸੀਂ ਕਿਹਾ ਚਲੋ ਠੀਕ ਆ, ਬਣਦੀ ਸਿਟੀ ਦੀ, ਤੁਸੀਂ ਇਦਾਂ ਕਰੋ, ਜਾਂ ਉਹਨਾਂ ਨੂੰ ਰੈਫਰ ਕਰ ਦਿਓ ਜਾਂ ਸਾਡੇ ਉੱਤੇ ਆਪਣੀ ਰਿਪੋਰਟ ਬਣਾ ਕੇ ਭੇਜ ਦਿਓ, ਸਿਟੀ ਦਾ ਕੰਮ ਬਣਦਾ, ਤੁਹਾਡੀ ਨਿਗਾਹ 'ਚ ਕ੍ਰਾਈਮ ਨਹੀਂ ਬਣਦਾ। ਉਹ ਵੀ ਨਹੀਂ ਬਣਾ ਕੇ ਭੇਜਦੇ, ਕਿਉਂਕਿ ਉਸ ਏਐਸਆਈ ਨੂੰ ਇਹਨੇ ਸਬ ਇੰਸਪੈਕਟਰ ਬਣਾ ਦਿੱਤਾ, ਪ੍ਰਮੋਸ਼ਨ ਦਿੱਤੀ। ਜਦੋਂ ਪੁੱਛਿਆ ਗਿਆ ਪ੍ਰਮੋਸ਼ਨ ਕਿਹੜੇ ਬਿਹਾਫ ਤੇ ਦਿੱਤੀ ਜੀ, ਕਰੈਕਟਰ ਸਾਫ਼ ਹੋਣ ਕਰਕੇ। 20 ਬੰਦੇ ਦਰਖਾਸਤਾਂ ਲਈ ਫਿਰਦੇ ਐਸਐਸਪੀ ਕਪੂਰਥਲੇ ਕੋਲ, ਨਹੀਂ ਤਾਂ ਮੈਂ 20 ਕੈਮਰੇ ਦੇ ਮੂਹਰੇ ਕਰਾ ਦੂੰਗਾ। ਅੱਛਾ, ਉਹਨੂੰ ਬਣਾ ਕੇ ਹੁਣ ਰਿਟਾਇਰ ਕਰ ਦਿੱਤਾ ਗਿਆ। ਉਹਦਾ 3 ਸਾਲ ਦਾ ਟਾਈਮ ਆ ਰਿਕਾਰਡ ਪੇਸ਼ ਕਰਨ ਦਾ, ਉਹਦੇ ਵਿੱਚ ਉਹ ਆ ਸਕਦਾ। ਉਹ 3 ਸਾਲ ਟਪਾ ਰਹੇ ਹੁਣ, ਇਹ 4 ਪਹਿਲਾਂ ਟਪਾ ਤੇ 3 ਹੀ ਨਹੀਂ ਹੋਰ ਟਪਾ ਦੇਣੇ ਆ। ਇਹ ਮੈਨੂੰ ਦੋਸਤ, ਮੈਨੂੰ ਇਸ ਗੱਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਆ 3.5-4 ਸਾਲ ਦੀ ਜਿਹੜੀ ਖੱਜਲ ਖੁਆਰੀ ਹੈ, ਬਾਵਜੂਦ ਇਸ ਖੱਜਲ ਖੁਆਰੀ ਦੇ ਮੁਸਕਰਾ ਕੇ ਇਸ ਬਾਰੇ ਦੱਸ ਰਹੇ ਕਿ ਆਹ ਕੁਝ ਮੇਰੇ ਨਾਲ ਜਿਹੜਾ ਹੋ ਰਿਹਾ। ਨਹੀਂ ਤਾਂ ਜਿਹੜੇ ਗੋਡੇ ਘਸੇ ਹੁੰਦੇ ਆ ਨਾ ਥਾਣਿਆਂ ਕਚਹਿਰੀਆਂ ਦੇ ਵਿੱਚ, ਤੇ ਉਹ ਚਿਹਰੇ ਮਾਯੂਸ ਹੋਏ ਹੁੰਦੇ, ਫਿਰ ਵੀ ਬੁਲੰਦ ਹੌਸਲਾ ਤਾਂ ਵੀ ਹੱਸ ਕੇ ਦੱਸ ਰਹੇ ਹੋ ਨਾ। ਉਹ ਹੱਸ ਕੇ ਤਾਂ ਦੱਸ ਰਹੇ ਆ, ਅਸੀਂ ਇਕੱਲੇ ਨਹੀਂ ਪਰੇਸ਼ਾਨ। ਅਸੀਂ ਤੇ ਬਹੁਤ ਬੰਦੇ ਆਏ ਸੀ। ਅੱਜ ਤੁਸੀਂ ਪੰਚਾਇਤ ਦੇ ਵਿੱਚ ਦੇਖਿਆ ਕਿੰਨੀਆਂ ਦਰਖਾਸਤਾਂ ਆਪਣੇ ਐਸਐਚਓ ਸਿਟੀ ਸਾਹਿਬ ਨੇ ਮੂੰਹੋਂ ਗਿਆ 1150 ਦਰਖਾਸਤਾਂ ਪੈਂਡਿੰਗ ਚੱਲਦੀਆਂ। ਕੋਈ ਪੈਂਡੈਂਸੀ ਰਜਿਸਟਰ ਹੈ ਨਹੀਂ, ਕਿਹੜੀ ਦਰਖਾਸਤ ਕਿੰਨੇ ਚਿਰ ਤੋਂ, ਇੰਨੇ ਚਿਰ ਤਾਂ ਕਤਲ ਕੇਸ ਸੋਲਵ ਹੋ ਜਾਂਦੇ ਆ, ਕਚਹਿਰੀਆਂ ਸੋਲਵ ਕਰ ਦਿੰਦੀਆਂ। ਜਿਨ੍ਹਾਂ ਕੋਲ ਲੱਖਾਂ ਕਰੋੜਾਂ ਕੇਸ ਚੱਲਦੇ ਆ, ਤਾਂ ਸਿਟੀ ਵਾਲਿਆਂ ਕੋਲ ਦੱਸੋ ਇਹੀ ਕੇਸ ਨਹੀਂ ਸੋਲਵ ਹੋ ਰਿਹਾ। 4 ਸਾਲ ਹੋ ਗਿਆ ਕੇਸ ਨਹੀਂ ਸੋਲਵ ਹੋ ਰਿਹਾ। ਉਹ 'ਚ ਕੀ ਕਰਨਾ? ਕੋਈ ਕ੍ਰਾਈਮ ਕਰਨਾ, ਡਾਕੂਮੈਂਟ ਦੇ ਰਹੇ ਹੋ, ਉਸ ਬਿਹਾਫ ਤੇ ਤੁਸੀਂ ਆਨਸਰ ਦੇਣਾ। ਇਹੀ ਨਹੀਂ ਹੋ ਰਿਹਾ ਤਾਂ ਕੀ ਕਰਾਂਗੇ ਆਪਾਂ? ਜੋਬਾਂ ਛੱਡ ਦਿਓ, ਅਸੀਂ ਬੇਰੁਜ਼ਗਾਰ ਵਿਹਲੇ ਹੀ ਤੁਰੇ ਫਿਰਦੇ ਆ, ਅਸੀਂ ਅਪਲਾਈ ਕਰ ਲੈਂਦੇ ਆ। ਅੱਛਾ, ਇਹ 3-4 ਸਾਲਾਂ ਦੇ ਵਿੱਚ ਕਿੰਨਾ ਕੁ ਥਾਣਿਆਂ ਕਚਹਿਰੀਆਂ ਦੇ ਵਿੱਚ ਗੇੜੇ ਮਾਰਨੇ ਪਏ, ਉਸ ਦੇ ਉੱਤੇ ਕਿੰਨੇ ਕੁ ਤੁਹਾਨੂੰ ਪੈਸੇ ਜਿਹੜੇ ਆ ਉਹ ਖਰਚ ਕਰਨੇ ਪਏ, ਜਿਹੜੇ ਤੁਹਾਨੂੰ ਲੱਗਦਾ ਕਿ ਜੇ ਸਮੇਂ ਸਿਰ ਇਨਸਾਫ ਮਿਲਦਾ, ਉਹਦਾ ਹੱਲ ਕੋਈ ਨਿਕਲ ਆਉਂਦਾ, ਤੇ ਇਹ ਖਰਚਣੇ ਨਹੀਂ ਪੈਣੇ ਸੀਗੇ? ਦੇਖੋ, ਜੇ ਤੁਸੀਂ ਗੱਲ ਕਰੋ ਸਰਵਿਸ ਐਕਟ 2011 ਪੰਜਾਬ ਪੁਲਿਸ ਦੀ, ਤਾਂ ਉਹ 20 ਦਿਨਾਂ ਦੇ ਵਿੱਚ ਨਹੀਂ ਹਰੇਕ ਦਰਖਾਸਤ ਦਾ ਹੱਲ ਕਰਨਾ ਹੁੰਦਾ। ਤੁਸੀਂ 20 ਦਿਨ ਤਾਂ ਛੱਡੋ, ਨਹੀਂ ਤਾਂ 20 ਮਹੀਨੇ ਟਪਾਤੇ, ਡਬਲ ਕਰਕੇ ਵੀ ਟਪਾਤੇ। ਹੁਣ ਰਹੀ ਗੱਲ ਖਰਚੇ ਦੀ, ਤੁਸੀਂ ਗੱਡੀ ਲੈ ਕੇ ਜਾਓਗੇ, ਇਹਨਾਂ ਨੂੰ ਫੋਨ ਕਰਕੇ ਜਾਓਗੇ ਜੀ ਏਐਸਆਈ ਸਾਹਿਬ ਅਸੀਂ ਆਉਣ ਲੱਗੇ, ਉਹ ਗਾਇਬ ਹੋ ਜਾਣਾ। ਤੁਸੀਂ ਮੌਕੇ ਤੇ ਪਹੁੰਚ ਜਾਓ, ਕਰਦੇ ਆ ਅਫਸਰ ਸਾਹਿਬ ਦੀ ਫਲਾਣੇ ਜਗ੍ਹਾ ਡਿਊਟੀ ਲਾਤੇ। ਉਹ ਖੱਜਲ ਖੁਆਰੀ ਸਾਰਿਆਂ ਦੀ ਆ, ਮੇਰੀ ਇਕੱਲੇ ਦੀ ਨਹੀਂ, ਸਾਰੀ ਦੁਨੀਆ ਖੱਜਲ ਖੁਆਰ ਹੋ ਰਹੀ ਹੈ। ਇਸ ਕਰਕੇ ਮੈਂ ਮੁਸਕਰਾ ਰਿਹਾ ਵੀ ਇਹ ਮੈਂ ਇਕੱਲਾ ਪਰੇਸ਼ਾਨ ਨਹੀਂ, ਸਾਰੀ ਦੁਨੀਆ ਪਰੇਸ਼ਾਨ ਆ। ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜਾ ਕ੍ਰਾਈਮ ਬੰਦਾ ਕਰਦਾ ਜਾਂ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਡਿਊਟੀ ਅਫਸਰ, ਉਹਨੂੰ ਸਸਪੈਂਡ ਕਰੋ। ਨਹੀਂ ਸਸਪੈਂਡ ਕਰਨਾ, ਕਿਸੇ ਖੂੰਜੇ ਲਾਓ, ਚੌਂਕਾਂ ਦੇ ਵਿੱਚ ਡਿਊਟੀਆਂ ਲਾ ਦਿਓ, ਕਿਸੇ ਪਾਸੇ ਲਾ ਦਿਓ। ਉਹ ਇਮਾਨਦਾਰ ਅਫਸਰ ਲਿਆਓ ਜਿਹੜਾ ਕਿਸੇ ਦੀ ਗੱਲ ਸੁਣੇ, ਪਿਆਰ ਨਾਲ ਸੁਣੇ। ਇਹਨਾਂ ਕੋਲ ਤੁਸੀਂ ਦਰਖਾਸਤ ਲੈਣ ਜਾਓ, ਉਹ ਮੂਹਰੇ ਕਹਿ ਦਿੰਦੇ ਆ ਜਾਓ ਸਾਡੀ ਕੰਪਲੇਂਟ ਕਰ ਦਿਓ। ਦੱਸੋ, ਜਿਹੜੇ ਮਰਜ਼ੀ ਥਾਣੇ ਚਲ ਜਾਓ, ਝੇੜੂ ਚਲ ਜਾਓ, ਉਹ ਕਹਿੰਦੇ ਅਸੀਂ ਨਹੀਂ ਕੋਈ ਕਰ ਸਕਦੇ, ਸਾਡੀ ਕੰਪਲੇਂਟ ਕਰ ਦਿਓ। ਕਿਹਨੂੰ ਕਿਹਦੀ ਕੰਪਲੇਂਟ ਕਰਾਂਗੇ? ਪਹਿਲੀਆਂ ਕੰਪਲੇਂਟਾਂ ਦੇ ਤਾਂ ਹੱਲ ਨਹੀਂ ਹੋਏ, ਹੋਰ ਕੰਪਲੇਂਟਾਂ ਕਿੰਨੀਆਂ ਦੇ ਦਈਏ ਆਪਾਂ? ਆਪਣੇ ਨਾਲੋਂ ਕੋਈ ਵੱਡਾ ਦੁਖੀ ਦੇਖ ਕੇ ਫਿਰ ਆਪਣਾ ਦੁੱਖ ਜਦੋਂ ਛੋਟਾ ਲੱਗਣ ਲੱਗ ਪੈਂਦਾ, ਫਿਰ ਬੰਦਾ ਹੌਸਲਾ ਵੀ ਦੇ ਲੈਂਦਾ ਕਿ ਮੇਰੇ ਨਾਲੋਂ ਪਰੇ ਤੋਂ ਪਰੇ ਜਿਹੜੇ ਲੋਕ ਬੈਠੇ ਆ। ਬਾਪੂ ਜੀ, ਤੁਸੀਂ ਵੀ ਆਪਣਾ ਨਾਮ ਦੱਸ ਦਿਓ, ਕਿਹੜੇ ਪਿੰਡ ਤੋਂ ਆਏ ਹੋ ਤੇ ਕੀ ਤੁਹਾਡਾ ਮਸਲਾ ਆ? ਮੇਰਾ ਨਾਮ ਹੈਗਾ ਪਾਲਾ ਰਾਮ ਜੀ। ਪਿੰਡ ਹੈਗਾ ਮੇਟਾ ਜੀ। ਹਾਂਜੀ। ਮੇਰਾ ਥੋੜਾ ਮਸਲਾ ਹੈਗਾ, ਮੇਰੇ ਪਲਾਟ ਸੀ ਥੋੜੀ 34 ਮਰਲੇ, ਤੇ ਉਹ ਪੰਚਾਇਤ ਨੇ ਮੇਰੇ ਕੋਲ ਮੁੱਲ ਦਵਾਤੇ ਜੀ। ਤੇ ਜਿਹੜੇ 34 ਮਰਲੇ ਮੁੱਲ ਦਵਾਏ ਸੀ ਨਾ ਮੇਰੇ ਪਲਾਟ ਦੇ, 50,000 ਨੂੰ ਮਰਲਾ ਹੋਇਆ ਸੀ ਜੀ। ਵਿੱਚੋਂ ਪੈਸੇ ਦੇ ਬਾਕੀ ਪੈਸੇ ਦਿੱਤੇ ਮੈਨੂੰ ਹੈ ਰਜਿਸਟਰੀਆਂ ਕਰਾ ਕੇ। 6.5 ਲੱਖ ਰੁਪਏ ਜ਼ਿੰਮੇਵਾਰੀ ਲੈ ਲਈ ਪੰਚਾਇਤ ਨੇ। ਜੀ। ਪੰਚਾਇਤ ਨੇ ਮੈਨੂੰ ਮੋਹਰਾਂ ਲੱਗ ਦਿੱਤੀਆਂ ਵੀ ਤੁਹਾਡੇ 3 ਮਹੀਨਿਆਂ ਬਾਅਦ ਪੈਸੇ ਲੈ ਲਈ। ਚਲੋ ਮੈਂ ਉਹਨਾਂ ਦੀ ਗੱਲ ਮੰਨ ਲਈ ਵੀ ਚਲੋ ਪੰਚਾਇਤ ਪਿੰਡ ਦੀ ਪੰਚਾਇਤ, ਪਿੰਡ ਦੇ 5 ਸਰਪੰਚ ਕਿੱਥੇ ਚੱਲੇ ਆ ਹੈ ਕਿ ਨਹੀਂ। ਜੀ। ਉਹ 3 ਮਹੀਨਿਆਂ ਬਾਅਦ ਨਹੀਂ ਮਿਲੇ। ਉਹ ਜੱਟ ਨੂੰ ਮੈਂ ਪੁੱਛਿਆ ਵੀ ਪੈਸੇ, ਉਹ ਮੈਨੂੰ ਅੱਖਾਂ ਕੜੇ ਦਿਖਾਉਣ ਲੱਗ ਪਿਆ, ਕਹਿੰਦਾ ਅਸੀਂ ਜੱਟ ਹੁੰਦੇ ਆ, ਵੱਢ ਦਵਾਂਗੇ। ਮੈਂ ਕਿਹਾ ਚਲੋ, ਮੈਂ ਕਿਹਾ ਠੀਕ ਆ ਬਈ। ਤੇ ਫਿਰ ਮੈਂ ਹੈ ਨਾ, ਚਲੋ ਫਿਰ ਮੈਂ ਥਾਣੇ ਦਰਖਾਸਤ ਦਿੱਤੀ, ਇੱਥੇ ਡੀਐਸਪੀ ਦਰਖਾਸਤ ਦਿੱਤੀ। ਇਹ ਦਰਖਾਸਤ 2-3 ਮਹੀਨੇ ਬਾਅਦ ਚਿਹੜੀ ਚੌਂਕੀ ਪਹੁੰਚੀ। ਚੌਂਕੀ ਪਹੁੰਚ ਕੇ ਤੇ ਫਿਰ ਮੈਨੂੰ 2 ਮਹੀਨੇ ਬਾਅਦ ਚੌਂਕੀ ਵਾਲੇ ਥਾਣੇਦਾਰ ਨੇ ਸੱਦਿਆ ਤੇ ਮੇਰੀ ਹੁਣ ਸੁਣਾਈ ਕੀਤੀ, ਤੂੰ 3 ਦਿਨਾਂ ਦਾ ਟਾਈਮ ਲਿਆ। ਉਹ ਜ਼ਿਮੀਦਾਰ 3 ਦਿਨਾਂ ਦਾ ਟਾਈਮ ਲੈ ਕੇ ਨਾ ਚਲੇ ਗਿਆ ਵੀ ਮੈਂ 30 ਦਿਨ ਪੈਸੇ ਇਹਨੂੰ ਦੇ ਦੂੰਗਾ। ਮੁੜ ਕੇ ਇੱਥੇ ਉਹ ਪੈਸੇ ਦੇਣੇ ਮੈਨੂੰ 8-9 ਮਹੀਨੇ ਖੱਜਲ ਹੁੰਦੇ ਨੂੰ ਹੋ ਗਿਆ। ਪੁਲਿਸ ਕੀ ਕਹਿੰਦੀ ਹੈ ਇਸ ਮਾਮਲੇ 'ਚ? ਪੁਲਿਸ ਗੱਲਾਂ ਨਹੀਂ ਸੁਣਦੀ ਕੋਈ ਵੀ। ਹੁਣ ਦਰਖਾਸਤ ਭੇਜ ਦਿੱਤੀ ਇੱਥੇ ਡੀਐਸਪੀ ਦੇ,
ਤੁਸੀਂ ਦਰਖਾਸਤ ਕਿਹਦੇ ਖਿਲਾਫ ਦਿੱਤੀ ਹੈ? ਪਿੰਡ ਦੀ ਪੰਚਾਇਤ ਦੇ ਖਿਲਾਫ ਦਿੱਤੀ ਹੈ ਜਿਹਨੇ ਕਿਹਾ ਸੀਗਾ ਕਿ ਦਵਾ ਦੇਵਾਂਗੇ, ਜਾਂ ਉਸ ਵਿਅਕਤੀ ਦੇ ਖਿਲਾਫ ਦਰਖਾਸਤ ਦਿੱਤੀ ਹੈ ਜਿਹਨੇ ਪੈਸੇ ਤੁਹਾਡੇ ਦੇਣੇ ਆ? ਜੇ ਜ਼ਿੰਮੇਵਾਰੀ ਲਈ ਆ ਪੈਸੇ ਉਹ ਦਰਖਾਸਤ ਉੱਤੇ ਦਿੱਤੀ ਆ। ਹੂੰ। ਹਾਂਜੀ ਦਰਖਾਸਤ ਦਿੱਤੀ ਹੈ ਪੰਚਾਇਤ ਜ਼ਿੰਮੇਵਾਰੀ ਲੈ ਕੇ ਨਾ ਦਰਖਾਸਤ ਉੱਤੇ ਦਿੱਤੀ ਹੈ ਜੱਟ ਦੇ। ਕੋਈ ਇਦਾਂ ਵੀ ਲੱਗਦਾ ਕਿ ਉਹ ਪ੍ਰਭਾਵ ਵਗੈਰਾ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪੰਚਾਇਤ ਆ ਉਹਦਾ ਦਾਬਾ ਆ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ? ਉਹ 3 ਫੇਰੇ ਸਰਪੰਚ ਮੰਨਿਆ ਪੈਸੇ ਦੇਣ ਨੂੰ, 3 ਫੇਰੇ ਮੰਨਿਆ ਪੰਚਾਇਤ ਵਿੱਚ। ਚਲੋ ਮੈਂ ਕਿਹਾ ਠੀਕ ਹੈ, ਪਿੰਡ ਪੰਚਾਇਤ ਮੋਹਤਬਰ ਕਹਿੰਦੇ ਆ ਵੀ ਚਲੋ ਕੋਈ ਗੱਲ ਨੀ, ਪੈਸੇ ਮਿਲੇ ਜਾਣੇ ਆ। ਹੁਣ ਜਿਹੜੇ ਅਕਸਰ ਨੂੰ ਮੈਂ ਤੀਜੀ ਵਾਰ ਪੰਚਾਇਤ ਹੋਈ, ਉਹ ਰਾਤ ਨੂੰ ਸ਼ਰਾਬ ਪੀ ਕੇ ਗਾਲਾਂ ਕੱਢਦੀਆਂ ਪੰਚਾਇਤ ਨੂੰ, ਇਹ ਕਿ ਜੋ ਕਰਨਾ ਕਰ ਲਓ ਜੀ। ਹਾਂਜੀ ਹੁਣ ਸਰਪੰਚ ਕਹਿੰਦਾ ਦਰਖਾਸਤ ਦੇ, ਮੈਂ ਕਿਹਾ ਮੈਂ ਦਰਖਾਸਤ ਨਹੀਂ, ਦਰਖਾਸਤ ਤੁਸੀਂ ਦੇਵੋ। ਜਦ ਅੱਜ ਐਸਪੀ ਸਾਹਿਬ ਦੇ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਹਾਂਜੀ ਪੰਚਾਇਤ ਲਾਈ ਗਈ ਪੁਲਿਸ ਦੇ ਖਿਲਾਫ, ਤੁਸੀਂ ਸ਼ਾਮਲ ਸੀ। ਉਸ ਤੋਂ ਬਾਅਦ ਜਦੋਂ ਧਰਨਾ ਮੁਜ਼ਾਹਰਾ ਹੋਇਆ, ਨਾਅਰੇਬਾਜ਼ੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਐਸਪੀ ਸਾਹਿਬ ਕਹਿੰਦੇ ਠੀਕ ਹੈ, ਇੱਕ ਇੱਕ ਕਰਕੇ ਮੇਰੇ ਕੋਲ ਆਓ, ਮੈਂ ਸੰਬੰਧਿਤ ਥਾਣੇ ਦੇ ਐਸਐਚਓ ਨੂੰ ਥੋੜਾ ਜਿਹਾ ਤੁਹਾਡੇ ਕੇਸ ਬਾਰੇ ਕਹਾਂਗਾ ਕਿ ਕਾਰਵਾਈ ਕਰੋ। ਅੰਦਰ ਬੁਲਾਇਆ ਗਿਆ ਸੀ ਤੁਹਾਨੂੰ, ਅੰਦਰ ਫਿਰ ਐਸਪੀ ਸਾਹਿਬ ਨੇ ਕਿੱਦਾਂ ਦਾ ਭਰੋਸਾ ਦਿੱਤਾ? ਸਾਨੂੰ ਐਸਪੀ ਦੇ ਭਰੋਸਾ ਬੜੇ ਦਵਾਇਆ ਵੀ ਕੱਲ ਨੂੰ 11 ਵਜੇ ਆ ਜਾਇਓ ਤੇ ਉਹਦੇ ਹਾਜ਼ਰ ਹੋ ਜਾਇਓ। ਹਾਂਜੀ ਛਤਰ ਵਿੱਚ ਜੀ। ਹਾਂਜੀ ਕੱਲ ਨੂੰ 11 ਵਜੇ ਹਾਜ਼ਰ ਹੋ ਜਾਓ। ਲੱਗਦਾ ਹੈ ਕਿ ਹੁਣ ਥੋੜਾ ਬਹੁਤ ਇਨਸਾਫ ਮਿਲਣ ਦੀ ਕੋਈ ਆਸ ਬੱਝੀ ਹੈ? ਆਜ ਤਾਂ ਬੱਜੀ ਆ, ਜੋ ਆਪਕੋ ਲਿਖਿਆ ਪਿਆ ਆਪਕੋ ਬੱਜੀ ਆਸ ਹੈ। ਅੱਗੇ ਇਹਨਾਂ ਦਾ ਖੁਸ਼ ਆਇਆ। ਅੱਗੇ ਅਜੇ ਵੀ ਸੰਭਾਵਨਾ ਜਿਹੜੀਆਂ ਬਾਪੂ ਦਾ ਜਿੱਦਾਂ ਦਾ ਰੌਂ ਆ ਗੱਲ ਕਰਨ ਦਾ, ਉਹ ਕਹਿੰਦੇ ਆਸ ਬੱਝੀ ਹੈ, ਪਰ ਇਹ ਆਸ ਨੂੰ ਬੂਰ ਪੈਂਦਾ ਹੈ ਜਾਂ ਨਹੀਂ ਪੈਂਦਾ, ਇਹ ਗੱਲ ਜਿਹੜੀ ਆ ਉਹ ਬਾਅਦ ਦੀ ਹੈ। ਆਪਣਾ ਨਾਮ ਦੱਸ ਦਿਓ ਤੇ ਕਿਹੜੇ ਪਿੰਡ ਤੋਂ ਤੁਸੀਂ ਹੈਗੇ ਹੋ, ਤੇ ਕੇਸ ਦਾ ਦੱਸ ਦਿਓ ਕਿ ਕਿਹੜਾ ਕੇਸ ਸੀਗਾ ਜਿਹਦਾ ਕਰਕੇ ਅੱਜ ਧਰਨੇ ਤੇ ਬੈਠਣਾ ਪਿਆ? ਐਕਚੁਅਲ ਦੇ ਵਿੱਚ ਭਾਜੀ ਮੇਰਾ ਨਾਮ ਨਰਿੰਦਰ ਕੁਮਾਰ ਹੈ ਜੀ। ਕੌਲਸਰ ਮਹੱਲਾ ਖੋਥਣਾ ਰੋਡ ਫਗਵਾੜਾ ਦਾ ਮੈਂ ਰਹਿਣ ਵਾਲਾ। ਤੇ ਮੇਰੇ ਉੱਤੇ ਇੱਕ ਝੂਠਾ ਕੇਸ ਦਰਜ ਹੋਇਆ 323 354 ਦਾ। ਮੈਂ ਮੇਰੀ ਫੈਕਟਰੀ ਸੀ ਇੰਟਰਲੋਕ ਟਾਈਲਾਂ ਦੀ ਬਾਈਪਾਸ ਦੇ ਉੱਤੇ। ਉਹ ਬੰਦਾ ਇੱਕ ਗੁਰਮੀਤ ਸਿੰਘ ਵਡਾਲ ਆ, ਠੀਕ ਹੈ, ਏਜੰਟੀ ਦਾ ਕੰਮ ਕਰਦਾ, ਉਹ ਪ੍ਰੀਤ ਨਗਰ ਫਗਵਾੜੇ ਰਹਿੰਦਾ। ਉਹ ਮੇਰਾ ਮਤਲਬ ਕਿ ਉਸ ਬੰਦੇ ਨੇ ਮੈਨੂੰ ਆਪਣੇ ਘਰ ਕਿਡਨੈਪ ਕੀਤਾ। ਜਾਤੀ ਸੂਚਕ ਜਿਹੜੇ ਸ਼ਬਦ ਉਹਨੇ ਕਹਿੰਦੇ ਤੈਨੂੰ ਅਸੀਂ ਬੰਦੇ ਦਾ ਪੁੱਤ ਬਣਾਵਾਂਗੇ। ਉਸ ਬੰਦੇ ਨੇ ਮੈਨੂੰ ਸਵੇਰੇ 11 ਵਜੇ ਤੋਂ ਲੈ ਕੇ ਤੇ ਸ਼ਾਮੀ 8 ਵਜੇ ਤੱਕ ਜਿਹੜਾ ਆ ਉਹਨੇ ਆਪਣੇ ਘਰ ਦੇ ਵਿੱਚ ਉਹਨੇ ਗਵਾਹ ਕਰਕੇ ਰੱਖਿਆ। ਉਹਦੇ ਨਾਲ ਸੁਖਦੇਵ ਚੰਦ ਚੌਂਕੜੀਆ ਸਾਹਿਬ ਜਿਹੜੇ ਆ ਉਹ ਉਹਨਾਂ ਦੇ ਹੀ ਹੈਗੇ ਆ, ਉਹਨਾਂ ਨੂੰ ਮੈਂ ਸੱਦਿਆ ਤੇ ਉਹਨਾਂ ਨੇ ਰਾਤ ਨੂੰ ਮੈਨੂੰ ਛਡਾ ਕੇ ਲੈ ਕੇ ਗਏ। ਇਹ ਐਪਲੀਕੇਸ਼ਨ ਜਿਹੜੀ ਆ ਮੈਂ ਦੂਜੇ ਦਿਨ ਜਿਹੜੀ ਆ ਸਦਰ ਥਾਣੇ ਦੇ ਵਿੱਚ ਦਿੱਤੀ ਜਾ ਕੇ ਵੀ ਦੇਖੋ ਵੀ ਮੇਰੇ ਨਾਲ ਧੱਕਾ ਹੁੰਦਾ ਪਿਆ ਆ ਤੇ ਇਹ ਬੰਦੇ ਨੇ ਮੇਰੇ ਨਾਲ ਧੱਕਾ ਕੀਤਾ ਆ ਤਾਂ ਪਲੀਜ਼ ਇਹਦੇ ਉੱਤੇ ਕੋਈ ਕਾਰਵਾਈ ਬਣਨੀ ਚਾਹੀਦੀ ਆ। ਸਦਰ ਥਾਣੇ ਵਾਲਿਆਂ ਨੇ ਮੈਨੂੰ ਉਸ ਵਕਤ ਉਹਨੂੰ ਸੱਦਿਆ ਤੇ ਸੱਦ ਕੇ ਉਹਨਾਂ ਨੇ ਦਵਾ ਦਵ ਜੀ ਉਹ ਡਰ ਗਏ ਉਤੋਂ, ਮਤਲਬ ਕਿ ਉਹ ਬੰਦਾ 5-7 ਬੰਦੇ ਲੈ ਕੇ ਆਇਆ, ਦੱਸ ਕੀ ਕੀਤਾ ਤੈਨੂੰ, ਅਸੀਂ ਕੀ ਕੀਤਾ ਅਸੀਂ ਕੀਤਾ। ਉਹ ਡਰ ਕੇ ਪੁਲਿਸ ਵਾਲੇ ਵੜ ਗਏ। ਮੈਨੂੰ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਅੰਦਰ ਬੰਦ ਕਰਤਾ। ਕਹਿੰਦੇ ਵੀ ਦੇਖ ਇਹ ਬੰਦਾ ਬਹੁਤ ਮਾੜਾ ਬੰਦਾ ਆ, ਇਹ ਉਹ ਇੱਦਾਂ ਕਰਨ ਲੱਗ ਗਏ। ਮੈਨੂੰ ਉਹਨਾਂ ਨੇ ਲੁਕੋ ਕੇ ਜਿਹੜਾ ਆ ਉਹਨਾਂ ਨੇ ਮਤਲਬ ਕਿ ਅੱਧਾ ਘੰਟਾ ਪੌਣਾ ਘੰਟਾ ਮੈਂ ਤੇ ਮੇਰਾ ਬ੍ਰਦਰ ਸੀਗਾ ਰਵਿੰਦਰ ਕੁਮਾਰ, ਸਾਨੂੰ ਉਹਨਾਂ ਨੇ ਕੱਢਿਆ। ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਵੀ ਜੇ ਅਸੀਂ ਤੁਹਾਡੇ ਥਾਣੇ ਦੇ ਵਿੱਚ ਹੀ ਸੇਫ ਹੈ ਨਹੀਂ ਜਾਂ ਤੁਹਾਡੇ ਕੋਲ ਹੀ ਅਸੀਂ ਸੇਫ ਹੈ ਨਹੀਂ ਤੇ ਅਸੀਂ ਸੇਫ ਕਿੱਥੇ ਹਾਂ? ਉਹ ਕਹਿੰਦਾ ਨਹੀਂ ਯਾਰ ਅਸੀਂ ਨਹੀਂ ਜਾਣਦੇ। ਉਹਨੇ ਸਾਰਾ ਤੁਹਾਡੇ ਇਸ ਕੇਸ ਦਾ ਕੀ ਬਣਿਆ, ਕਿੱਥੋਂ ਤੱਕ ਪਹੁੰਚਾ? ਵੀ ਮੈਨੂੰ ਉਹਨੇ 323 354 ਦਾ ਪਰਚਾ ਮੇਰੇ ਉੱਤੇ, ਹਾਲਾਂਕਿ ਉਹਦੇ ਉੱਤੇ ਹੋਣਾ ਚਾਹੀਦਾ ਸੀ ਕਿਡਨੈਪਿੰਗ ਦਾ, ਪਲੱਸ ਜੋ ਮੈਨੂੰ ਉਹਨੇ ਮਾੜਾ ਚੰਗਾ ਕਿਹਾ, ਉਹਨੇ ਆਪਣੀ ਘਰ ਵਾਲੀ ਤੋਂ 323 354 ਦਾ ਮੇਰੇ ਉੱਤੇ ਪਰਚਾ ਕਰਵਾਤਾ, ਉਲਟਾ ਪਰਚਾ ਕਰਵਾਤਾ। ਠੀਕ ਹੈ ਨਾ? ਛੇੜਖਾਨੀ ਦਾ। ਹਾਂ ਛੇੜਖਾਨੀ ਦਾ ਵੀ ਇਹ ਬੰਦੇ ਨੇ ਮੇਰੇ ਘਰ ਵਾਲੀ ਨਾਲ ਛੇੜਖਾਨੀ ਕੀਤੀ ਹੈ। ਪਹਿਲਾਂ ਉਹ ਜਨਾਨੀ ਕਹਿੰਦੀ ਹੈ ਵੀ ਖੁਰਮਪੁਰ ਬੰਦੇ ਜਿਹੜੇ ਆ ਮੈਨੂੰ ਪੈ ਗਏ, ਠੀਕ ਹੈ ਜੀ, ਉਹ ਅਣਪਛਾਤੇ ਬੰਦੇ। ਇੱਕ ਅਖਬਾਰ 'ਚ ਉਹ ਕਹਿੰਦੀ ਆ, ਦੂਜੀ ਅਖਬਾਰ 'ਚ ਆ ਜਾਂਦਾ ਨਹੀਂ, ਕਹਿੰਦੀ ਇਹਨੂੰ ਨਰਿੰਦਰ ਕੁਮਾਰ ਨੇ ਇਹਦੀ ਫੈਕਟਰੀ ਦੇ ਸਾਹਮਣੇ ਜਾਂ ਗ੍ਰੀਨ ਆਪਣੇ ਬਾਈਪਾਸ ਦੇ ਅਸੀਂ ਲੰਘਦੇ ਸੀ, ਇਹਨੇ ਸਾਨੂੰ ਜਿਹੜਾ ਫੜ ਲਿਆ। ਇਹਨੇ ਝੂਠਾ ਪਰਚਾ। ਦੇਖੋ ਪੁਲਿਸ ਕਰਦੀ ਕੀ ਆ, ਪੁਲਿਸ ਜਿਹੜੀ ਹੈ ਉਹ ਵੱਡੇ ਜਿਹੜੇ ਸਰਮਾਏਦਾਰ ਆ, ਕਰੋੜਾਂਪਤੀ ਬੰਦੇ ਆ, ਉਹਨਾਂ ਦਾ ਸਾਥ ਦੇ ਕੇ ਉਹ ਸਾਡੇ ਗਰੀਬ ਲੋਕਾਂ ਨੂੰ, ਸਾਡੇ ਮਾੜੇ ਲੋਕਾਂ ਨੂੰ ਪਰਚੇ ਕਰਕੇ ਸਾਨੂੰ ਦੱਬਦੀ ਆ ਹੁਣ। ਹਾਂਜੀ। ਤੇ ਅੱਜ ਐਸਪੀ ਸਾਹਿਬ ਨੇ ਕੀ ਭਰੋਸਾ ਦਿੱਤਾ ਫਿਰ ਮਿਲ ਕੇ? ਦੇਖੋ ਐਸਪੀ ਸਾਹਿਬ ਜਿਹੜੇ ਆ ਇਹਨਾਂ ਨੂੰ ਅੱਜ ਅਸੀਂ ਥੈਂਕਫੁਲ ਕਰਦਾ ਮੈਂ ਜਰਨੈਲ ਨੰਗਲ ਦਾ। ਅਗਰ ਅੱਜ ਅਸੀਂ ਜਰਨੈਲ ਨੰਗਲ ਨੂੰ ਸਾਈਡ ਦੇ ਉੱਤੇ ਰੱਖ ਦਿੰਦੇ ਆ, ਅਗਰ ਅਸੀਂ ਫਗਵਾੜੇ ਦੇ ਵਿੱਚ ਖੜੇ ਆ ਤਾਂ ਮੈਨੂੰ ਲੱਗਦਾ ਵੀ ਸਾਡੀ ਸੇਫ ਨਹੀਂ ਹੈਗੇ। ਅੱਜ ਜਰਨੈਲ ਨੰਗਲ ਦੇ ਨਾਲ ਖੜੇ ਆ ਅਸੀਂ, ਸਾਨੂੰ ਇਹ ਲੱਗਦਾ ਵੀ ਸਾਡਾ ਆਪਣਾ ਕੋਈ ਹੈਗਾ ਆ, ਸਾਡਾ ਆਪਣਾ ਵੀਰਾ ਆ, ਸਾਡਾ ਕੋਈ ਭਰਾ ਆ। ਅਗਰ ਇਹਨੂੰ ਸਾਈਡ ਦੇ ਉੱਤੇ ਕੱਢ ਦਿੰਦੇ ਆ, ਮੈਨੂੰ ਲੱਗਦਾ ਵੀ ਬੱਸ ਸਟੈਂਡ ਜਿਹੜੀ ਪੁਲਿਸ ਸਾਨੂੰ ਲੰਘਣ ਨਾ ਦੇਵੇ, ਬੱਸ ਸਟੈਂਡ ਦੇ ਵਿੱਚ ਜਿੰਨੇ ਸਾਡੇ ਪੈਸੇ ਹੈਗੇ ਜੇਬ 'ਚੋਂ ਸਾਰੇ ਕੱਢ ਲਏ, ਝੂਠੇ ਪਰਚੇ ਪਾ ਕੇ ਸਾਡਾ ਸਿਰ। ਚਲੋ ਇਹ ਸਾਰਿਆਂ ਵਾਸਤੇ ਵੀ ਨਹੀਂ ਕਹਿ ਸਕਦੇ ਨਾ, ਕਿਉਂਕਿ ਪੁਲਿਸ ਦੇ ਵਿੱਚ ਚੰਗੇ ਮਾੜੇ ਵੀ ਹੈਗੇ ਆ, ਸਾਰੇ ਤਰੀਕਿਆਂ ਦੇ ਬੰਦੇ ਹੈਗੇ ਆ। ਤੁਹਾਡੀ ਸੁਣਵਾਈ ਕਰਨ ਵਾਲੇ ਵੀ ਬੰਦੇ ਪੁਲਿਸ 'ਚ ਹੀ ਹੋਣੇ ਆ। ਜੇ ਤੁਹਾਡੇ ਮਾਮਲੇ ਦਾ ਹੱਲ ਕਰਨਾ ਉਹ ਵੀ ਪੁਲਿਸ ਵਾਲਿਆਂ ਨੇ ਕਰਨਾ, ਤੇ ਜੇ ਧੱਕੇਸ਼ਾਹੀ ਹੁੰਦੀ ਉਹ ਵੀ ਇਦਾਂ ਦੇ ਬੰਦੇ ਜਿਹੜੇ ਉਹ ਮਿਲ ਜਾਣਗੇ। ਆਪਾਂ ਸਾਰਿਆਂ ਦੇ ਵਾਸਤੇ ਇੱਕੋ ਹੀ ਸਟੇਟਮੈਂਟ ਜਿਹੜੀ ਆ ਉਹ ਨਹੀਂ ਕਰ ਸਕਦੇ।
ਆਪਣਾ ਨਾਮ ਦੱਸ ਦਿਓ, ਕਿੱਥੋਂ ਦੇ ਰਹਿਣ ਵਾਲੇ ਹੋ ਤੇ ਮਾਮਲਾ ਕੀ ਸੀ ਜਿਹਦਾ ਕਰਕੇ ਅੱਜ ਧਰਨਾ ਦੇਣਾ ਪਿਆ? ਸਰ ਮੇਰਾ ਨਾਮ ਅਨਿਲ ਕੁਮਾਰ ਸਿੰਘ ਆ। ਮੈਂ ਗ੍ਰੇਟਰ ਕਲਾਸ ਓਮਕਾਰ ਨਗਰ ਫਗਵਾੜੇ ਤੋਂ ਹਾਂ ਜੀ। ਮੇਰੇ ਭਰਾ ਨੇ 23 ਤਰੀਕ ਨੂੰ ਸੁਸਾਈਡ ਕਰ ਲਿਆ ਸੀ, 23 ਨਵੰਬਰ 2020 ਰਾਤ ਨੂੰ ਹੀ 11:55 ਤੇ ਸਰ ਇਹ ਨਾ ਮਾਮਲਾ ਜਿੱਦਾਂ ਕੁੜੀ ਨਾਲ ਲਵ ਕਰਦਾ ਸੀ, ਯਾਨੀ ਰਿਲੇਸ਼ਨ 'ਚ ਸੀਗੇ 7 ਸਾਲ ਤੋਂ। ਮੁੰਡੇ ਨੇ ਸਾਰਾ ਖਰਚਾ ਚੱਕਿਆ, ਘਰਦਿਆਂ ਨੂੰ ਪੈਸੇ ਨਹੀਂ ਦਿੰਦਾ ਸੀ। ਮੁੰਡੇ ਨੇ ਸਾਰਾ ਖਰਚਾ ਚੱਕਿਆ, ਨੀਟੇ ਕੋ ਕੰਮ ਕਰਦਾ ਸੀ ਮੁੰਡਾ, ਯਾਨੀ ਉਹਦੇ ਪੜ੍ਹਾਈ ਦਾ ਸਾਰਾ ਖਰਚਾ ਚੱਕਿਆ ਕੁੜੀ ਦਾ। ਉਸ ਤੋਂ ਬਾਅਦ ਉਹਦੇ ਕੁੜੀ ਦੇ ਘਰ ਦੇ ਨਾ ਉਹ ਜਿੱਥੇ ਰਹਿੰਦੇ ਆ ਉਹ ਕੋਠੀ 'ਚ ਉਹਨੂੰ ਧਮਕਾਉਂਦੇ ਸੀਗੇ ਕਿ ਤੈਨੂੰ ਚੱਕ ਦਾਂਗੇ, ਤੇਰੇ ਘਰਦਿਆਂ ਨੂੰ ਚਕਾ ਦਾਂਗੇ, ਤੇ ਸਾਡੀ ਪਹੁੰਚ ਬਹੁਤ ਆ, ਸਾਡੀ ਪਹੁੰਚ ਬਹੁਤ ਆ, ਅਸੀਂ ਪੰਜਾਬ ਵਾਲੇ ਆ, ਕੋਠੀ 'ਚ ਰਹਿੰਦੇ ਆ, ਇੱਦਾਂ ਪੰਜਾਬ ਵਾਲੇ ਨੂੰ ਕਹਿ ਕੇ ਇਹ ਭਰਾ ਨੇ ਡਰ ਗਿਆ। ਬੇਸਿਕਲੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਬਿਹਾਰ ਦਾ ਜੀ। ਬਿਹਾਰ ਦੇ ਹਾਂਜੀ ਰਹਿਣ ਹਾਂਜੀ ਵਾਲੇ। ਜੀ। ਤੇ ਉਸ ਤੋਂ ਬਾਅਦ ਸਰ ਇਹਨਾਂ ਨੇ ਨਾ ਫਿਰ ਮੇਰੇ ਭਰਾ ਨੂੰ ਧਮਕਾਇਆ। ਅਸੀਂ ਭਰਾ ਨੂੰ ਸਮਝਾਇਆ ਕਿ ਤੂੰ ਛੱਡ, ਜਦੋਂ ਕੁੜੀ ਨਹੀਂ ਮੰਨਦੀ, ਜਦੋਂ ਦੇ ਪਹਿਲੇ ਘਰ ਦੇ ਮੰਨਦੇ ਸੀ, ਤੈਨੂੰ ਯੂਜ਼ ਕੀਤਾ, ਹੁਣ ਤੈਨੂੰ ਛੱਡਦੀ ਪਈ, ਤੂੰ ਛੱਡ ਦੇ। ਉਹਦਾ ਰੋਕਾ ਵੀ ਕਰਤਾ ਸੀ ਪਹਿਲੇ, ਕੁੜੀ ਨੇ ਰੋਕਾ ਤੁਰਵਾਇਆ, ਜਾ ਕੇ ਬਾਂਹ ਵੱਢ ਲਈ ਜਲੰਧਰ, ਕਹਿੰਦੀ ਮੈਂ ਤੇਰੇ ਨਾਲ, ਤੂੰ ਮੈਨੂੰ ਧੋਖਾ ਨਹੀਂ ਦੇ ਸਕਦਾ, ਤੂੰ ਉਹਨੂੰ ਛੱਡ, ਮੈਨੂੰ ਨਾ ਛੱਡ। ਫਿਰ ਇਹਨੇ ਜਾ ਕੇ ਚਿੰਤਪੁਰਨੀ ਵਿਆਹ ਕਰਕੇ ਇਹਨਾਂ ਨੇ ਆਪਣਾ ਸਟਾਂਪ ਲਿਖਿਆ ਫਗਵਾੜੇ ਤੋਂ ਕਿ ਮੈਂ ਤੇਰੇ ਨਾਲ ਖੜੂੰਗੀ, ਜੇ ਤੇਰੇ ਮੇਰੇ ਮਾਂ ਪਿਓ ਜਾਂ ਮਾਲਕ ਮੇਰੇ ਜੇ ਵਿਰੋਧ ਕਰਦੇ ਆ ਤੇ ਮੈਂ ਤੇਰੇ ਨਾਲ ਰਹੂੰਗੀ। ਉਹ ਤੋਂ ਬਾਅਦ ਕੁੜੀ ਮੁੱਕਰ ਗਈ ਜੀ। ਕੁੜੀ ਮੁੱਕਰ ਕੇ ਮੁੰਡੇ ਨੇ ਸੁਸਾਈਡ ਕਰ ਲਿਆ, ਸੁਸਾਈਡ ਨੋਟ ਵੀ ਦਿੱਤਾ, ਮੁੰਡੇ ਨੇ ਛੱਡਿਆ ਲਿਖ ਕੇ ਨਾ ਆਪਣੇ ਮੋਬਾਈਲ ਤੋਂ। ਉਹ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ, ਪ੍ਰਸ਼ਾਸਨ ਆਈ। ਉਹ ਤੋਂ ਬਾਅਦ ਕਾਂਤੀ ਮੈਡਮ ASI ਆਪਣੇ ਜੋ ਆਪਣੇ ਇੰਡਸਟਰੀਆ ਉਹ ਆਏ, ਕਹਿੰਦੇ ਸਵੇਰ ਨੂੰ ਆ ਕੇ ਬਿਆਨ ਲਿਖਾ ਜਾਓ। ਬਿਆਨ ਲਿਖਾਣ ਗਏ, ਬਰਾੜ ਸਾਹਿਬ ਜੀ ਸੀਗੇ, SHO ਸਾਹਿਬ, ਉਹ ਬੋਲੇ ਕਿ ਹਾਂ ਮਾਰੀ ਹੋਈ ਜੀ, ਕੀ ਚਾਹੁੰਦੇ? ਮੈਂ ਕਿਹਾ ਅਸੀਂ ਕਾਰਵਾਈ ਚਾਹੁੰਦੇ ਜੀ। ਮੁੰਡੇ ਦਾ ਸਾਰਾ ਪੈਸਾ ਖਾਧਾ, ਇਹਨੇ 7 ਸਾਲ ਰਿਲੇਸ਼ਨ 'ਚ ਰਹੀ ਕੁੜੀ, ਯੂਜ਼ ਕੀਤਾ ਉਹਨੂੰ, ਉਹ ਤੋਂ ਬਾਅਦ ਧੋਖਾ ਦੇਤਾ ਜੀ। ਮੁੰਡਾ ਇਹਦੇ ਕਰਕੇ ਮਰ ਗਿਆ, ਸਾਰੇ ਕੋਲ ਸਾਰੇ ਪ੍ਰੂਫ ਸਬੂਤ ਆ। SHO ਸਾਹਿਬ ਕਹਿੰਦੇ ਚਲੋ ਮੈਡਮ ਨੂੰ ਕਹਿੰਦੇ ਤੂੰ 174 ਦਾ ਧਾਰਾ ਲਾ ਕੇ ਮੋਬਾਈਲ, ਬਾਕੀ ਸਮਾਨ ਤੁਸੀਂ ਭੇਜ ਦਿਓ ਚੰਡੀਗੜ੍ਹ ਜਾਂਚ ਵਾਸਤੇ, ਰਿਪੋਰਟ ਵਾਸਤੇ। 174 ਦਾ ਧਾਰਾ ਲਾਤਾ, ਸਾਨੂੰ ਕੀ ਪਤਾ ਜੀ 174 ਦਾ ਧਾਰਾ ਕੀ ਹੁੰਦਾ ਹੈ। ਉਸ ਤੋਂ ਬਾਅਦ ਜੀ ਅਜੀ ਬਹੁਤ ਮੈਂ ਬੁਲਾਇਆ ਥਾਣੇ, ਅਸੀਂ ਜਾਂਦੇ ਖੱਜਲ ਖਵਾਰ ਹੁੰਦੇ ਰਹੇ, ਬਹਿ ਕੇ ਆ ਜਾਂਦੇ ਸੀ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਸੀ। ਪੁਲਿਸ ਕਹਿੰਦੀ ਰਿਪੋਰਟ ਆਈ ਨਹੀਂ ਅਜੇ, ਚੰਡੀਗੜ੍ਹ ਗਈ ਹੋਈ ਆ। ਉਸ ਤੋਂ ਬਾਅਦ ਜੀ ਇੰਡਸਟਰੀ ਏਰੀਆ ਮੀਡੀਆ ਦੇ ਮਾਧਿਅਮ ਨਾਲ ਬਹੁਤ ਅਸੀਂ ਖਬਰਾਂ ਲਾਈਆਂ ਕਿ ਸਾਡਾ ਇਨਸਾਫ ਨਹੀਂ ਹੋ ਰਿਹਾ। ਉਹ ਤੋਂ ਬਾਅਦ ਇੰਡਸਟਰੀ ਏਰੀਆ ਥਾਣੇ ਦਾ ਘਿਰਾਓ ਵੀ ਕੀਤਾ ਹੈ। ਜੋ SI ਸੀਗੇ ਉੱਥੇ ਆਪਣੇ ਕੁਲਵੰਤ ਸਿੰਘ ਜੀ, ਉਹ ਵੀ ਸੀ। ਉਹ ਤੋਂ ਬਾਅਦ ਆਪਣੇ SHO ਸਾਹਿਬ ਵੀ ਆਏ ਸੀ, ਨਵਜੀਤ ਸਿੰਘ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ 306 ਦਾ ਪਰਚਾ ਬਣੂਗਾ। 174 ਦਾ ਧਾਰਾ ਤਾਂ ਲਾਇਆ ਕਿ ਸੁਸਾਈਡ ਕੀਤੀ ਹੈ ਪੋਸਟਮਾਰਟਮ ਵਾਸਤੇ, ਤੁਸੀਂ 306 ਦਾ ਧਾਰਾ ਅਸੀਂ ਉਹ 'ਤੇ ਐਡ ਕਰਕੇ ਅਸੀਂ ਉਹਦੇ ਪਰਚਾ ਕਰਾਂਗੇ। ਉਸ ਤੋਂ ਬਾਅਦ ਸਰ ਸਾਨੂੰ ਧਮਕੀਆਂ ਆ ਰਹੀਆਂ, ਕੰਪਰਮਾਈਜ਼ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ, ਤਾਂ ਕਰ ਦਾਂਗੇ ਜੀ। ਉਸ ਤੋਂ ਬਾਅਦ ਅਸੀਂ ਆਪ ਰਾਜਨੀਤੀ ਪਾਰਟੀਆਂ ਕਰਕੇ ਦਬਾਅ 'ਚ ਆ ਕੇ ਅਸੀਂ ਭਰਾਵਾ ਤੰਗ ਹੋ ਚੁੱਕੇ ਹਾਂ ਸਾਰੇ ਪ੍ਰਸ਼ਾਸਨ ਤੋਂ ਵੀ ਕਿ ਸਾਡੇ ਤੋਂ SP ਸਾਹਿਬ ਨੇ ਕੀ ਕਿਹਾ ਤੁਹਾਨੂੰ? ਅੱਜ ਮੁਲਾਕਾਤ ਕਰਵਾਈ, ਅੱਜ ਧਰਨਾ ਦਿੱਤਾ ਸੀ, ਸਾਰੇ ਜਣੇ ਇਕੱਠੇ ਹੋ ਕੇ ਆਏ ਸੀਗੇ, ਕੋਈ ਲੱਗਾ ਹੈ ਕਿ ਇਨਸਾਫ ਮਿਲੇਗਾ ਜਾਂ ਅੱਜ ਵੀ ਲੱਗਦਾ ਕਿ ਬਸ ਗੱਲ ਕਰਕੇ ਤੋੜ ਦਿੱਤਾ, ਮਸਲਾ ਉੱਥੇ ਦਾ ਉੱਥੇ ਰਹਿਣਾ? ਨਹੀਂ ਜੀ, ਉਹ ਤਾਂ ਧੰਨਵਾਦ ਜਰਨੈਲ ਨੰਗਲ ਦਾ, ਜਿਹੜਾ ਸਾਡੇ ਨਾਲ ਖੜਾ, ਗਰੀਬਾਂ ਦੇ ਦਲਤਾਂ ਦੇ ਪਿੱਛੇ ਖੜਾ ਹੈ। ਨਹੀਂ ਤਾਂ ਮੈਂ ਤਾਂ ਹਾਰ ਮੰਨ ਗਿਆ ਸੀ ਜੀ। ਮੈਂ SSP ਸਾਹਿਬ ਕੋ ਕਪੂਰਥਲੇ ਵੀ ਜਾ ਕੇ ਮੈਂ ਆਪਣਾ ਦੇ ਕੇ ਆਇਆ ਜੀ ਆਪਣਾ ਕਿ ਤੁਸੀਂ ਕਾਰਵਾਈ ਕਰੋ। ਉਹ ਤੋਂ ਵੀ ਕੁਝ ਨਹੀਂ ਹੋਇਆ ਜੀ। ਉਹ ਕਹਿੰਦਾ ਜੀ ਮੋਬਾਈਲ ਰਿਪੋਰਟ ਹੀ ਨਹੀਂ ਆਇਆ, ਰਿਪੋਰਟ ਚੰਡੀਗੜ੍ਹ ਭੇਜਿਆ ਜੀ। ਬਾਕੀ SSP ਸਾਹਿਬ ਨੇ ਬੁਲਾਇਆ ਸਵੇਰੇ, SHO ਸਾਹਿਬ ਨੇ ਬੋਲਿਆ ਕਿ 11 ਵਜੇ ਆਓ ਸਿਟੀ 'ਚ, ਉੱਥੇ ਗੱਲ ਕਰਦੇ ਹਾਂ ਸਰ। ਕਿ ਭਰੋਸਾ ਆ ਕਿ ਸਾਡਾ ਇਨਸਾਫ ਹੋਊਗਾ। ਮੀਡੀਆ ਦੇ ਮਾਧਿਅਮ ਨਾਲ SP ਸਾਹਿਬ, SHO ਸਾਹਿਬ, ਜਰਨੈਲ ਨੰਗਲ ਦਾ ਧੰਨਵਾਦ ਕਰਦੇ ਹਾਂ ਕਿ ਐਤਕੀ ਹੁਣ ਕੱਲ੍ਹ ਸਵੇਰੇ ਦੇਖਦੇ ਹਾਂ 11 ਵਜੇ ਬੁਲਾਇਆ ਕੀ ਕਰਦੇ ਜੀ। ਕੀ ਹੁੰਦਾ ਆ? ਤੁਹਾਡਾ ਵੀ ਕੋਈ ਕੇਸ ਹੈ, ਤੁਹਾਡਾ ਵੀ ਕੋਈ ਮਸਲਾ ਸੀਗਾ? ਕੀ ਮਸਲਾ ਸੀ? ਪਹਿਲਾਂ ਆਪਣਾ ਨਾਮ ਦੱਸ ਦਿਓ, ਕਿਹੜੀ ਜਗ੍ਹਾ ਤੋਂ ਹੈਗੇ ਆ ਤੇ ਕੀ ਮਸਲਾ ਸੀਗਾ ਇਹ ਦੱਸ ਦਿਓ। ਮੇਰਾ ਨਾਮ ਮੰਗਤ ਰਾਮ ਆ, ਪਿੰਡ ਮੇਟਾ ਮੇਰਾ ਫਗਵਾੜਾ ਏਰੀਆ। ਮੇਰਾ ATM NRI ATM ਸੀਗਾ, ਮੈਂ ਬਾਹਰ ਕੰਮ ਕੀਤਾ ਕੁਵੈਤ ਦੇ ਵਿੱਚ। ਉਹਦੇ ਵਿੱਚ 2,83,000 ਰੁਪਏ ਦੀ ਅਮਾਊਂਟ ਜਮ੍ਹਾਂ ਕੀਤੀ ਮੈਂ ਆਪਣਾ ਘਰ ਬਣਾਉਣ ਵਾਸਤੇ। ਉਹ ATM ਆਪਣੀ ਵਾਈਫ ਨੂੰ ਦਿੱਤਾ ਸੀ, ਉਹਨਾਂ ਤੋਂ ਕਿੱਥੇ ਡਿੱਗ ਪਿਆ ATM, ਉਹ ਕਿਸੇ ਸ਼ਖਸ ਦੇ ਹੱਥ ਆ ਗਿਆ ATM, ਤੇ ਉਹਨੇ ਮੇਰਾ 2,83,000 ਰੁਪਇਆ ਪੂਰਾ ਅਮਾਊਂਟ ਦੇ ਵਿੱਚੋਂ ਕਢਾ ਲਿਆ। ਉਹ ਮੈਂ ਦਰਖਾਸਤ ਆਪਣੇ ਥਾਣੇ ਵਿੱਚ ਦਿੱਤੀ ਹੈ ਤੇ ਉਹਦੀ ਸੁਣਵਾਈ ਵਾਸਤੇ ਮੈਂ ਇੱਥੇ ਆਇਆ ਸੀ। ਸਰ ਨੇ ਇਨਵਾਸ਼ਨ ਦਿੱਤਾ ਵੀ ਕੱਲ ਸ਼ਾਇਦ 11 ਵਜੇ ਕੋਈ ਤਾਂ ਡਿਸਕਸ ਕਰਕੇ ਕੋਈ ਹੱਲ ਕੱਢਿਆ ਜਾਊਗਾ। ਇਹਦਾ ਕੋਈ ਹੱਲ ਕੱਢਿਆ? ਹਾਂਜੀ, ਪਰ ਮੈਂ ਕੋਈ ਸਬੂਤ ਵਗੈਰਾ ਹੈਗੇ ਕਿ ਕਿੰਨੇ ਕਢਵਾਏ, ਕਿੱਦਾਂ ਕਢਵਾਏ, ਜਿਹੜੀ ਸ਼ਿਕਾਇਤ ਦਿੱਤੀ ਹੈ ਜਾਂ ਕੱਲੀ ਸ਼ਿਕਾਇਤ ਹੀ ਦਿੱਤੀ ਹੈ ਕਿ ਕਢੋ? ਮੇਰੇ ਕੋਲ ਉਸ ਸ਼ਖਸ ਦੀਆਂ 20 ਮਿੰਟ ਦੀਆਂ ਰਿਕਾਰਡਿੰਗਾਂ ਆ। ਉਹ ATM ਕਾਰਡ ਦੇ ਪਿੱਛੇ ਨੰਬਰ ਲਿਖਿਆ ਹੋਇਆ ਸੀ ਮੇਰੇ ਘਰ ਦਾ, ਤੇ ਮੇਰੇ ਬੱਚੇ ਦੀ ਫੋਟੋ ਸੀ। ਜਿੱਦਾਂ ਹਾਊਸ ਵਾਈਫ ਸੀ, ਉਹਨਾਂ ਨੇ ਪੇਪਰ ਦੇ ਵਿੱਚ ਰੱਖਿਆ ਸੀ, ਉਹਨਾਂ ਨੂੰ ਨਹੀਂ ਪਤਾ ਸੀ ਵੀ ਕਿੱਦਾਂ ਯੂਜ਼ ਕਰਨਾ। ਪਾਸਵਰਡ ਵੀ ਲਿਖਿਆ ਸੀ। ਉਹ ਪੂਰਾ ਜਿਹੜਾ ਪ੍ਰੋਸੈਸ ਆ, ਪੂਰਾ ਪਰਸ ਡਿੱਗ ਗਿਆ ਤੇ ਉਹ ਸ਼ਖਸ ਦੇ ਹੱਥ ਆ ਗਿਆ। ਉਹ ਪੈਸੇ ਵੀ ਕਢਾਉਂਦਾ ਰਿਹਾ ਤੇ ਮਗਰ ਨਾ ਕੋਈ ਦੇਖਣ ਭਾਲ ਵਾਲਾ। ਮੈਂ ਵਿਦੇਸ਼ ਦੇ ਵਿੱਚ ਸੀਗਾ, ਕੋਈ ਉਹਨਾਂ ਨੇ ਦੇਖਿਆ ਨਹੀਂ। ਜਦੋਂ ਮੈਂ ਵਿਦੇਸ਼ ਤੋਂ ਵਾਪਸ ਆਇਆ ਤੇ ਮੈਨੂੰ ਆਉਂਦੇ ਨੂੰ ਪਤਾ ਲੱਗਾ ਵੀ ਮੇਰਾ ATM ਡਿੱਗਾ। ਉਸ ਤੋਂ ਬਾਅਦ ਮੈਂ ਰਿਪੋਰਟ ਲਿਖਾਏ ਨੂੰ ਮੈਨੂੰ ਅੱਜ 6 ਮਹੀਨੇ ਹੋ ਗਏ। ਉਸ ਤੋਂ ਬਾਅਦ ਕਾਰਵਾਈ ਜਿੱਦਾਂ ਚੱਲ ਰਹੀ ਹੈ ਪੁਲਿਸ ਦੀ, ਤੁਸੀਂ ਆਪ ਦੇਖਦੇ ਹੋ। ਤੁਹਾਡੀ ਰਿਪੋਰਟ ਨੂੰ 6 ਮਹੀਨੇ ਹੋ ਗਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਘਰਵਾਲੀ ਪ੍ਰਨੀਤ ਕੌਰ ਦੇ ਨਾਲ ਵੀ ਇਸੇ ਤਰੀਕੇ ਨਾਲ ਆਨਲਾਈਨ ਫਰਾਡ ਹੋਇਆ ਸੀ। ਉਹ ਕਿਵੇਂ ਕੁਝ ਦਿਨਾਂ ਦੇ ਵਿੱਚ ਹੀ ਮਾਮਲਾ ਜਿਹੜਾ ਉਹ ਸੁਲਝ ਗਿਆ ਸੀਗਾ, ਪੈਸੇ ਵੀ ਵਾਪਸ ਆ ਗਏ, ਆਰੋਪੀ ਵੀ ਉਹ ਦੂਜੇ ਸੂਬੇ ਦੇ ਵਿੱਚੋਂ ਜਾ ਕੇ ਜਿਹੜਾ ਉਹ ਫੜ ਲੈ ਗਿਆ ਸੀ। ਅਸੀਂ ਨਹੀਂ ਕਹਿੰਦੇ ਇਹ ਸਾਰੇ ਹੀ ਲੋਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ
ਇਹ ਦੁੱਧ ਧੋਤੇ ਨੇ, ਇਹ ਬਿਲਕੁਲ ਪਾਕ ਸਾਫ਼ ਨੇ, ਇਹਨਾਂ ਦੇ ਵਿੱਚ ਕੋਈ ਖਾਮੀ ਨਹੀਂ ਹੋਏਗੀ। ਇਹ ਖਾਮੀ ਇਹਨਾਂ ਦੇ ਵਿੱਚ ਜਾਂ ਇਹਨਾਂ ਦੀ ਇਨਸਾਫੀ ਜਿਹੜੀ ਹੈ ਉਹ ਅਦਾਲਤਾਂ ਨੇ ਦੇਖਣੀਆਂ, ਉਹ ਜਦੋਂ ਜਾਂਚ ਹੋਣੀ ਆ ਉਹਨੇ ਪਰਖਣੀਆਂ। ਅਸੀਂ ਕੋਈ ਜੱਜਮੈਂਟ ਪਾਸ ਨਹੀਂ ਕਰਨੀ, ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਇਹਨਾਂ ਚੰਦ ਕੁ ਕੇਸਾਂ ਦੇ ਉੱਤੇ ਜੇ ਝਾਤ ਮਾਰੀਏ, ਇਹਨਾਂ ਲੋਕਾਂ ਦੀ ਪਰੇਸ਼ਾਨੀ ਨੂੰ ਸਮਝੀਏ, ਤੇ ਇਹ ਗੱਲ ਦਾ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਇਹ ਚੰਦ ਲੋਕ ਨੇ। ਪੰਜਾਬ ਦੇ ਵਿੱਚ ਕਿੰਨੇ ਥਾਣੇ ਕਚਹਿਰੀਆਂ ਦੇ ਵਿੱਚ ਆਮ ਲੋਕ ਇਸ ਸਮੇਂ ਗੋਡੇ ਰਗੜਦੇ ਪਏ ਨੇ, ਜੁੱਤੀਆਂ ਘਸਾਉਂਦੇ ਪਏ ਨੇ, ਗੇੜੇ ਮਾਰ-ਮਾਰ ਕੇ ਉਹਨਾਂ ਦੇ ਮਾਮਲਿਆਂ ਦਾ ਕੋਈ ਹੱਲ ਨਿਕਲ ਆਵੇ, ਕੋਈ ਇਨਸਾਫ ਉਹਨਾਂ ਨੂੰ ਇਹਨਾਂ ਥਾਣਿਆਂ ਕਚਹਿਰੀਆਂ ਦੇ ਵਿੱਚੋਂ ਮਿਲ ਜਾਵੇ। ਪਰ ਲੰਬੇ ਖਿੱਚਦੇ ਨੇ ਮਾਮਲੇ। ਕਿਉਂ ਖਿੱਚਦੇ ਨੇ ਇਹਦੇ ਬਾਰੇ ਇੱਕ ਵਾਰੀ ਘੋਖ ਪੜਤਾਲ ਕਰਨ ਦੀ ਵੀ ਜ਼ਰੂਰਤ ਹੈ। ਬਹੁਤਾ ਕੁਝ ਤੁਹਾਨੂੰ ਵੀ ਪਤਾ ਹੋਵੇਗਾ। ਫਿਰ ਇਹਨਾਂ ਲੋਕਾਂ ਦਾ ਸਿਆਸੀ ਇਸਤੇਮਾਲ ਵੀ ਬਹੁਤ ਵਾਰ ਹੁੰਦਾ ਹੈ ਕਿ ਇਹਨਾਂ ਦੇ ਮਾਮਲੇ ਜਿਹੜੇ ਆ ਉਹ ਹੱਲ ਕਰਵਾਉਣ ਦੇ ਨਾਂ 'ਤੇ ਕਿਤੇ ਨਾ ਕਿਤੇ ਸਿਆਸਤ ਵੀ ਹੁੰਦੀ ਆ। ਬਹੁਤ ਸਾਰੀਆਂ ਧਿਰਾਂ ਕੀਤੀਆਂ ਜਾਂਦੀਆਂ ਤੇ ਕਦੀ-ਕਦੀ ਇਹਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਵੀ ਅੱਗੇ ਆਉਂਦੇ ਆ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅੱਜ ਜਿਨ੍ਹਾਂ ਦੀ ਤਰੱਦਦ ਦੇ ਨਾਲ, ਜਿਨ੍ਹਾਂ ਨੇ ਹੰਭਲਾ ਮਾਰ ਕੇ ਇਹਨਾਂ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਤੇ ਐਸਪੀ ਦਫ਼ਤਰ ਦੇ ਅੱਗੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ। ਬਹੁਤ ਸਾਰੇ ਲੋਕਾਂ ਨੇ ਜ਼ਿਕਰ ਵੀ ਛੇੜਿਆ, ਜਰਨੈਲ ਨੰਗਲ ਦਾ ਨਾਮ ਲਿਆ, ਲੋਕ ਇਨਸਾਫ ਪਾਰਟੀ ਦੇ ਆਗੂ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਇਸ ਮਾਮਲੇ ਨੂੰ ਕਿਵੇਂ ਉਹ ਅੱਗੇ ਲੈ ਕੇ ਆਏ, ਉਹਨਾਂ ਦੇ ਮਨੋਰਥ ਕੀ ਨੇ, ਕੀ ਇਕੱਲਾ ਸਿਆਸੀ ਮਨੋਰਥ ਹੈ ਜਾਂ ਇਹਦੇ ਪਿੱਛੇ ਸੱਚਿਓ ਹੀ ਇਹਨਾਂ ਲੋਕਾਂ ਦੀ ਪੀੜਾ ਨੂੰ ਉਹ ਮਹਿਸੂਸ ਕਰਦੇ ਆ ਤਾਂ ਕਰਕੇ ਇਹ ਸਾਰਾ ਕੁਝ ਕੀਤਾ। ਸੋ ਜਰਨੈਲ ਨੰਗਲ ਜੀ, ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ, ਪਹਿਲਾਂ ਅਲਟੀਮੇਟਮ ਦਿੱਤਾ ਗਿਆ ਸੀ, ਅਲਟੀਮੇਟਮ ਅੱਜ ਪੂਰਾ ਹੋ ਗਿਆ ਤੇ ਧਰਨਾ ਦਿੱਤਾ ਗਿਆ। ਹੁੰਦਾ ਕੀ ਹੈ, ਕੋਈ ਨਵੀਂ ਗੱਲ ਨਹੀਂ ਹੈ ਕਿ ਸਾਡੇ ਮੁਲਕ ਦੇ ਵਿੱਚ ਆਮ ਵਿਅਕਤੀ ਨੂੰ ਇਨਸਾਫ ਲਈ ਇੰਜ ਰਗੜੇ ਖਾਣੇ ਪੈਣ, ਗੇੜੀਆਂ ਲਾਉਣੀਆਂ ਪੈਣ ਤੇ ਇਨਸਾਫ ਉਹਨੂੰ ਫਿਰ ਵੀ ਨਾ ਮਿਲੇ। ਵੈਸੇ ਵੀ ਕਹਿੰਦੇ ਨਾ ਕਿ ਦੇਰ ਨਾਲ ਮਿਲਿਆ ਇਨਸਾਫ ਕਦੀ ਵੀ ਇਨਸਾਫ ਨਹੀਂ ਗਿਣਿਆ ਜਾ ਸਕਦਾ। ਹੁਣ ਤੁਹਾਡਾ ਮਨੋਰਥ ਕੀ ਸੀਗੀ? ਇਹਨਾਂ ਲੋਕਾਂ ਨੂੰ ਐਸਪੀ ਦਫ਼ਤਰ ਦੇ ਸਾਹਮਣੇ ਇਕੱਠੇ ਕਰਕੇ ਜਿਹੜਾ ਉਹ ਬਿਠਾਉਣਾ, ਨਾਅਰੇਬਾਜ਼ੀ ਕਰਨੀ ਪੁਲਿਸ ਦੇ ਖਿਲਾਫ, ਇਹ ਮਨੋਰਥ, ਕਿਉਂਕਿ ਇੱਕ ਸਿਆਸੀ ਆਗੂ ਵੀ ਉਹ, ਤੁਹਾਨੂੰ ਮੈਂ ਉਸ ਨਜ਼ਰੀਏ ਨਾਲ ਵੀ ਦੇਖਦਾ ਕਿ ਉਹ ਇਸ ਹਲਕੇ ਦੇ ਵਿੱਚ ਆਪਣੀ ਜਿਹੜੀ ਭੱਲ ਬਣਾਉਣਾ ਜਾਂ ਆਧਾਰ ਬਣਾਉਣ ਦੇ ਲਈ ਵੀ ਕਦੀ-ਕਦੀ ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਜਾਂ ਸੱਚੀਓ ਇਹਨਾਂ ਲੋਕਾਂ ਦਾ ਦਰਦ ਮਹਿਸੂਸ ਕਰਦੇ ਹੋ, ਸੱਚੀਓ ਲੱਗਦਾ ਕਿ ਇਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ, ਤਾਂ ਕਰਕੇ ਇਸ ਲੜਾਈ ਦੀ ਅਗਵਾਈ ਕਰਨ ਵੱਲ ਕੁੱਦ ਪਏ ਹੋ? ਮੈਂ ਨਾ, ਇੱਕ ਕਹਾਵਤ ਹੈ ਪੰਜਾਬੀ ਦੀ ਵੀ, ਚੰਗੇ ਭਲੇ ਨੂੰ ਦੁੱਖ ਦੀ ਸਾਰ ਕੀ ਹੈ, ਦੁੱਖ ਪੁੱਛੀਏ ਕਿਸੇ ਬਿਮਾਰ ਕੋਲੋਂ। ਮੈਂ ਇਹ ਚੀਜ਼ਾਂ ਜਿਹੜੀਆਂ ਆਪਣੇ ਪਿੰਡੇ ਤੇ ਹੰਡਾਈਆਂ ਆ ਜੀ। ਮੈਂ ਵੀ ਜਿਹੜਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਬਹੁਤ ਵਾਰੀ ਹੋ ਚੁੱਕਾ ਆ। ਮੈਂ ਅੱਜ ਤੱਕ ਸਰਕਾਰ ਦੇ ਵਿੱਚ ਨਹੀਂ ਰਿਹਾ, ਆਪੋਜੀਸ਼ਨ ਦੇ ਵਿੱਚ ਰਿਹਾ। ਸਰਕਾਰ ਦੇ ਥਪੇੜੇ ਮੈਂ ਖਾਧੇ ਹੋ ਆ, ਇਸ ਕਰਕੇ ਮੈਂ ਆਪਣੇ ਪਿੰਡੇ ਤੇ ਹੰਡਾਈਆਂ ਹੋਈਆਂ ਚੀਜ਼ਾਂ, ਇਹਨਾਂ ਦਾ ਦਰਦ ਮਹਿਸੂਸ ਕਰ ਰਿਹਾ। ਜਿਹੜੇ ਬੰਦੇ ਨੇ ਕਦੀ ਪਿੰਡੇ ਤੇ ਦਰਦ ਹੰਡਾਇਆ ਨਾ ਹੋਵੇ ਨਾ, ਉਹ ਜਾ ਕੇ ਬਿਮਾਰ ਬੰਦੇ ਨੂੰ ਕਹਿੰਦਾ ਰਹਿੰਦਾ ਫਿਕਰ ਨਾ ਕਰ, ਹੌਸਲਾ ਰੱਖ, ਠੀਕ ਹੋ ਜਾਣਾ। ਜਿਹਨੇ ਪਿੰਡੇ ਤੇ ਹੰਡਾਇਆ ਹੋਵੇ ਉਹਨੂੰ ਪਤਾ ਹੁੰਦਾ ਹੀ ਪੀੜ ਕੀ ਆ। ਮੈਂ ਪਿੰਡੇ ਤੇ ਹੰਡਾਏ ਹੋ ਆ। ਔਰ ਜਿਹੜੇ ਨਹੀਂ ਅੱਜ ਮੂਹਰੇ ਆ ਰਹੇ, ਜਿੱਥੇ ਤੱਕ ਰਾਜਨੀਤਿਕ ਪਕੜ ਬਣਾਉਣ ਦੀ ਗੱਲ ਹੈ, ਤੇ ਇਹ ਲੋਕ ਜਿਹੜੇ ਹੈਗੇ ਆ, ਮੇਰਾ ਹਾਲ ਡੀਐਮਸੀ ਵਾਲਾ ਆ। ਜਦੋਂ ਪਹਿਲਾਂ ਸਾਰੇ ਹਸਪਤਾਲਾਂ ਤੋਂ ਜਵਾਬ ਮਿਲ ਜਾਂਦਾ, ਫੇਰ ਕਹਿੰਦੇ ਡੀਐਮਸੀ ਲੈ ਜਾਓ ਲੁਧਿਆਣੇ। ਹੁਣ ਇੱਥੇ ਵੀ ਇਹ ਹਾਲ ਹੋਇਆ। ਇਹ ਲੋਕ ਜਿਹੜੇ ਰਾਜ ਕਰਨ ਵਾਲੇ ਲੋਕਾਂ ਦੇ ਕੋਲ ਪਹਿਲਾਂ ਜਾ ਚੁੱਕੇ ਆ, ਉਹਨਾਂ ਨੂੰ ਦੁਹਾਈ ਆਪਣੀ ਲਗਾ ਚੁੱਕੇ ਆ ਬਈ ਭਾਈ ਸਾਡੇ ਆਹ ਥਾਣਿਆਂ ਦੇ ਵਿੱਚ ਆਹ ਮਾਮਲੇ ਜਿਹੜੇ ਪੈਂਡਿੰਗ ਪਏ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਨੇ ਨਹੀਂ ਸੁਣੀ। ਜਿਹੜੇ ਲੰਬਾ ਸਮਾਂ ਰਾਜ ਕਰਕੇ ਅੱਜ ਆਪੋਜੀਸ਼ਨ 'ਚ ਬੈਠੇ ਆ, ਉਹਨਾਂ ਕੋਲ ਵੀ ਜਾ ਚੁੱਕੇ ਆ, ਉਹਨਾਂ ਨੇ ਵੀ ਨਹੀਂ ਸੁਣੀ। ਜਿਹੜੇ ਹੋਰ ਵੀ ਕੋ ਆਪਣੇ ਆਪ ਨੂੰ ਨਾਮੀ ਲੀਡਰ ਕਹਾਉਂਦੇ ਸੀ, ਉਹਨਾਂ ਕੋਲ ਵੀ ਜਾ ਚੁੱਕੇ ਆ। ਮੇਰੇ ਕੋਲ ਤਾਂ ਬਾਰੀ ਸਭ ਤੋਂ ਬਾਅਦ ਚਾਹੀ ਆ। ਇਸ ਕਰਕੇ ਮੈਂ ਤਾਂ ਪਿੰਡੇ ਤੇ ਹੰਡਾ ਚੁੱਕਾ। ਇਸ ਕਰਕੇ ਮੈਂ ਦਰਦ ਨੂੰ ਮਹਿਸੂਸ ਕੀਤਾ। ਔਰ ਮੈਂ ਅੱਜ ਦਾ ਜਿਹੜਾ ਸਾਡਾ ਇੱਥੇ ਮਨੋਰਥ ਸੀ, ਤੁਸੀਂ ਸਾਡਾ ਬੈਨਰ ਦੇਖਿਆ ਵੀ ਪੁਲਿਸ ਦੇ ਖਿਲਾਫ ਪੰਚਾਇਤ, ਔਰ ਪੁਲਿਸ ਦੇ ਖਿਲਾਫ ਪੰਚਾਇਤ ਦਾ ਬੈਨਰ ਜਿਹੜਾ ਆ, ਉਹ ਦੇਸ਼ ਦੇ ਲੋਕਤੰਤਰਿਕ ਢਾਂਚੇ ਦੀ ਮੁੱਢਲੀ ਜਿਹੜੀ ਜੜ ਆ, ਉਹ ਇਸ ਵੇਲੇ ਪੰਚਾਇਤ ਦਾ ਨਾਮ ਦੇਣਾ। ਪੁਲਿਸ ਦੇ ਖਿਲਾਫ ਸਾਡਾ ਮਕਸਦ ਸਿਰਫ ਨਾਅਰੇਬਾਜ਼ੀ ਨਹੀਂ। ਅੱਜ ਤੁਸੀਂ ਦੇਖਿਆ ਆ ਕਿ ਐਸਪੀ ਸਾਹਿਬ ਫਗਵਾੜਾ, ਜਿਨ੍ਹਾਂ ਨੇ ਆਪਣੇ ਮੂੰਹ ਦੇ ਵਿੱਚੋਂ ਇਹ ਗੱਲ ਕਹਿਤੀ ਵੀ ਮੇਰਾ ਦਫ਼ਤਰ ਜਿਹੜਾ ਆ, ਉਹਨੂੰ ਦੱਸਿਆ ਸੀ ਅਸੀਂ ਵੀ ਦਫ਼ਤਰ ਲੋਕਾਂ ਦਾ ਆ। ਐਸਪੀ ਆ ਇੱਥੇ ਇੱਕ ਪੋਸਟ ਦੇ ਉੱਤੇ ਬਿਰਾਜਮਾਨ ਆ। ਐਸਪੀ ਤੁਹਾਡੇ ਤੋਂ ਪਹਿਲਾਂ ਵੀ ਆਏ ਸੀ, ਤੁਹਾਡੇ ਤੋਂ ਬਾਅਦ 'ਚ ਵੀ ਆਉਣੇ ਆ। ਇਹ ਦਫ਼ਤਰ ਨਾ ਕੋਈ ਸਿਰ ਤੇ ਰੱਖ ਕੇ ਲਿਆਇਆ ਸੀ ਤੇ ਨਾ ਕਿਸੇ ਨੇ ਸਿਰ ਤੇ ਰੱਖ ਕੇ ਲਿਜਾਣਾ ਆ। ਇਹ ਦਫ਼ਤਰ ਲੋਕਾਂ ਦਾ ਆ ਔਰ ਅਸੀਂ ਫਗਵਾੜੇ ਦੇ ਵਸਿੰਦੇ ਆ ਤੇ ਲੋਕਾਂ ਲਈ ਤੁਸੀਂ ਜਵਾਬਦੇ ਆ। ਤਦ ਅਸੀਂ ਜਾ ਕੇ ਉਹਨਾਂ ਕੋਲ ਜਵਾਬ ਮੰਗ ਰਹੇ ਸੀ। ਅੱਜ ਜਿੰਨੇ ਕੇਸ ਤੁਹਾਡੇ ਸਾਹਮਣੇ ਅਸੀਂ ਵਿਦ ਪ੍ਰੂਫ ਪੇਸ਼ ਕੀਤੇ ਆ, ਹੁਣ ਤੁਸੀਂ ਮੇਰੇ ਤੋਂ ਪਹਿਲਾਂ ਉਹ ਪੀੜਤ ਲੋਕਾਂ ਦੇ ਨਾਲ ਵੀ ਗੱਲ ਕੀਤੀ ਆ, ਔਰ ਤੁਹਾਨੂੰ ਵੀ ਕਿਤੇ ਦਿਲ ਦੇ ਵਿੱਚ ਇਦਾਂ ਦਾ ਮਹਿਸੂਸ ਹੋਇਆ ਹੋਵੇਗਾ ਵੀ ਯਾਰ ਲੋਕ ਜਿਹੜੇ ਆ ਉਹ ਐਵੇਂ ਨਹੀਂ ਕਹਿੰਦੇ ਵੀ ਸਾਡੇ ਤੇ ਤਸ਼ੱਦਦ ਹੋ ਰਿਹਾ, ਅਸੀਂ ਜੁਰਮ ਦਾ ਸ਼ਿਕਾਰ ਹੋ ਰਹੇ ਆ। ਤੇ ਲੇਕਿਨ ਕਈ ਵਾਰ ਤਾਂ ਅੱਜ ਮੈਂ ਇੱਕ ਕੇਸ ਉਹ ਆਇਆ ਨਹੀਂ ਇੱਥੇ, ਸਵੇਰੇ 8 ਵਜੇ ਮੇਰੇ ਕੋਲ ਘਰ ਆਏ ਔਰ ਉਹ ਬਜ਼ੁਰਗ ਜੋੜਾ ਭਾਣੋਕੀ ਪਿੰਡ ਤੋਂ
ਉਹਦੇ ਬੇਟੇ ਦਾ ਵਿਆਹ ਹੋਇਆ ਔਰ ਉਹਦੀ ਨੂੰਹ ਜਿਹੜੀ ਆ ਉਹ 2 ਮਹੀਨੇ ਘਰ ਦੇ ਵਿੱਚ ਰਹੀ, 6 ਲੱਖ ਦੀ ਠੱਗੀ ਮਾਰ ਕੇ ਚਲੇ ਗਈ ਔਰ 10 ਮਹੀਨੇ ਹੋ ਗਏ ਉਹਨਾਂ ਨੇ ਦਰਖਾਸਤ ਦਿੱਤੀ ਨੂੰ ਔਰ 10 ਮਹੀਨਿਆਂ 'ਚ ਉਹ ਵਿਚਾਰਿਆਂ ਨੇ ਇਸ ਦਫ਼ਤਰ ਦੇ ਪਤਾ ਨਹੀਂ ਕਿੰਨੇ ਗੇੜੇ ਕੱਢੇ, ਲੇਕਿਨ ਇਸ ਦਫ਼ਤਰ ਦੇ ਵਿੱਚ ਉਹਨਾਂ ਨੂੰ ਨਿਆਂ ਨਹੀਂ ਮਿਲਿਆ। ਔਰ ਅੱਜ ਜਦੋਂ ਅਸੀਂ ਕੱਲ ਉਹਨਾਂ ਨੂੰ ਸੁਨੇਹਾ ਲਾਇਆ ਵੀ ਆਇਓ ਆਪਾਂ ਪੁਲਿਸ ਦੇ ਖਿਲਾਫ ਪੰਚਾਇਤ ਰੱਖੀ ਆ, ਸਵੇਰੇ 8 ਵਜੇ ਮੇਰੇ ਕੋਲ ਘਰ ਆ ਕੇ ਬਜ਼ੁਰਗ ਰੋਣ ਲੱਗ ਪਿਆ, ਮੈਨੂੰ ਕਹਿੰਦਾ ਜੀ ਮੇਰੇ ਨਾਲ ਪਿੰਡੋਂ ਕੋਈ ਤੁਰ ਨਹੀਂ ਰਿਹਾ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਜੀ ਲੋਕ ਇਹ ਗੱਲ ਕਹਿੰਦੇ ਵੀ ਯਾਰ ਇੰਨੀ ਵਾਰੀ ਤੁਹਾਡੇ ਨਾਲ ਜਾਏ ਆ, ਪੁਲਿਸ ਵਾਲੇ ਸੁਣਦੇ ਤਾਂ ਹੈ ਨਹੀਂ। ਤੋ ਇਹ ਇਦੋਂ ਵੱਧ ਜਿਹੜੀ ਆ ਸਾਡੇ ਲਈ ਦਰਦਨਾਕ ਸ਼ਰਮਨਾਕ ਗੱਲ ਕੀ ਹੋ ਸਕਦੀ ਆ? ਇਹ ਨੁਕਤਾ ਮੈਂ ਇਹੀ ਇਧਰ ਵੱਲ ਪਾਈ ਆਉਣਾ ਸੀਗਾ ਕਿ ਜੋ ਪੰਚਾਇਤ ਮੈਂਬਰਾਂ ਨੇ ਕਹਿਤਾ ਕਿ ਭਾਈ ਤੁਹਾਡੀ ਸੁਣਵਾਈ ਤਾਂ ਹੁੰਦੀ ਨਹੀਂ, ਕਈ ਵਾਰੀ ਆਉਂਦੇ, ਕਈ ਵਾਰੀ ਇਦਾਂ ਹੁੰਦਾ ਕਿ ਸਿਆਸੀ ਲੀਡਰ ਇੱਕ ਵਾਰੀ ਜਾਂਦੇ ਆ, 2 ਵਾਰੀ ਜਾਂਦੇ, ਉਹ ਵੀ ਫਿਰ ਦੇਖਦੇ ਕਿ ਹੁਣ ਜਿਹੜੀ ਆ ਉਹ ਮੇਰੇ ਪਿੱਛੇ ਲੱਗਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਘਟਦੀ ਜਾ ਰਹੀ ਆ। ਪਹਿਲਾਂ ਬਹੁਤ ਸਾਰੇ ਕੇਸ ਲੈ ਕੇ ਆਏ ਸੀ, ਉਹਨਾਂ ਨੂੰ ਲੱਗਾ ਕਿ ਨਹੀਂ ਗੱਲ ਬਣਦੀ ਨਹੀਂ ਆ, ਉਹਦੇ ਚੋਂ ਘਟ ਗਏ, ਫਿਰ ਹੋਰ ਘਟ ਗਏ, ਤੇ ਫਿਰ ਜਦੋਂ ਥੋੜੇ ਰਹਿ ਜਾਂਦੇ ਫਿਰ ਸਿਆਸੀ ਆਗੂ ਵੀ ਕਹਿੰਦਾ ਕਿ ਇੰਨੇ ਨਾਲ ਮੇਰਾ ਵੀ ਘਰ ਪੂਰਾ ਨਹੀਂ ਹੁੰਦਾ, ਮੇਰੀ ਸਿਆਸਤ ਵੀ ਨਹੀਂ ਚਮਕਦੀ ਤੇ ਮੈਂ ਵੀ ਕਿਨਾਰਾ ਕਰ ਜਾਣਾ। ਕਿਤੇ ਇਦਾਂ ਤਾਂ ਨਹੀਂ ਹੈ ਕਿ ਤੋੜ ਤੱਕ ਇਹਨਾਂ ਦੇ ਨਾਲ ਖੜਨ ਦਾ ਮਨ ਬਣਾਇਆ ਹੋਇਆ? ਵੈਸੇ ਮੈਂ ਇੱਥੇ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇੱਥੇ ਫਿਰ ਇੱਕ ਕਹਾਵਤ ਹੈ ਪੰਜਾਬੀ ਦੀ ਵੀ, ਕਹਿੰਦੇ ਜਾਂ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਜੀ, ਹੈ ਨਾ। ਹੁਣ ਗੱਲ ਇੱਥੇ ਵੀ ਜਦ ਬਾਹ ਪਿਆ ਜਾਣੂਗਾ ਹੁਣ ਤਾਂ ਅਸੀਂ ਤਾਂ ਮਨ ਬਣਾਇਆ ਬਈ ਜੇ ਲੋਕਾਂ ਦੇ ਉੱਤੇ ਹੋ ਰਹੇ ਜ਼ਬਰ ਜ਼ੁਲਮ ਦਾ ਨਿਪਟਾਰਾ ਕਰਨਾ ਤੇ ਉਸ ਨਿਪਟਾਰੇ ਦੇ ਵਾਸਤੇ ਅਸੀਂ ਲੱਗੇ ਹੋਏ ਆ। ਅਸੀਂ ਪਹਿਲਾਂ ਜਿਹੜਾ ਆ ਉਹ ਦਰਵਾਜ਼ਾ ਖੜਕਾਇਆ ਸੀ ਐਸਐਸਪੀ ਸਾਹਿਬ ਕਪੂਰਥਲਾ ਦਾ, ਉਹਨਾਂ ਦੀ ਬਦਲੀ ਹੋ ਗਈ। ਐਸਪੀ ਸਾਹਿਬ ਫਗਵਾੜਾ ਨੂੰ ਮੰਗ ਪੱਤਰ ਦੀ ਕਾਪੀ ਮਿਲੀ, ਲੇਕਿਨ ਮਿਲੇ ਨਾ ਸੀ ਇਹ। ਅਸੀਂ ਡੀਐਸਪੀ ਨੂੰ ਮਿਲੇ ਸੀ, ਡੀਐਸਪੀ ਨੇ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਹੋ ਜਾਏਗਾ। ਇੱਕ ਹਫ਼ਤੇ ਬਾਅਦ ਅਸੀਂ ਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ 13 ਤਰੀਕ ਨੂੰ ਆਏ ਸੀ, 13 ਨਵੰਬਰ ਨੂੰ ਅਸੀਂ ਉਦੋਂ ਐਲਾਨ ਕਰਕੇ ਆਏ ਸੀ ਵੀ 27 ਤਰੀਕ ਨੂੰ 14 ਦਿਨ ਦਾ ਟਾਈਮ ਦੇ ਗਿਆ ਸੀ ਵੀ 27 ਤਰੀਕ ਨੂੰ ਪੁਲਿਸ ਖਿਲਾਫ ਪੰਚਾਇਤ ਕਰਾਂਗੇ। ਅੱਜ 27 ਨੂੰ ਆ ਕੇ ਇੱਥੇ ਬੈਠੇ ਆ ਔਰ ਇਹ ਮਨ ਦੇ ਵਿੱਚ ਭੁਲੇਖਾ ਨਾ ਰੱਖੇ ਇੱਥੇ ਫਗਵਾੜੇ ਦੀ ਪੁਲਿਸ ਜਾਂ ਕੋਈ ਹੋਰ ਕੋਈ ਸੀਨੀਅਰ ਅਫਸਰ, ਕਿਉਂਕਿ ਇੰਟੈਲੀਜੈਂਸ ਇਹਨਾਂ ਦੀ ਜਿਹੜੀ ਹੈਗੀ ਆ ਉਹ ਕੰਮ ਕਰ ਰਹੀ ਆ। ਇਹਨਾਂ ਦਾ ਖੂਫੀਆ ਤੰਤਰ ਜਿਹੜਾ ਆ ਉਹ ਸਾਡੇ ਇਕੱਲੇ ਸਟੈਪ ਦੇ ਉੱਤੇ ਨਿਗਾਹ ਰੱਖ ਕੇ ਬੈਠਾ। ਇਹ ਦੱਸਦੇ ਆ ਵੀ ਅੱਜ ਇਹਦੇ ਕੋਲ ਦਰਖਾਸਤਾਂ ਆ ਰਹੀਆਂ, ਇਕੱਠੇ ਹੋ ਕੇ ਆ ਰਹੇ ਆ ਜਾਂ ਇਹ ਕਰ ਰਹੇ ਆ ਤੁਹਾਡੇ ਸਾਹਮਣੇ ਹੀ ਆ। ਅੱਜ ਜਿੱਦਣ ਅਸੀਂ ਲੋਕਾਂ ਦੀ ਮੁਸ਼ਕਲ ਜਿਹੜੀ ਆ ਆਵਾਰਾ ਪਸ਼ੂ ਘੁੰਮਦੇ ਪਏ ਸੀਗੇ, ਤਾਂ ਜਦੋਂ ਅਸੀਂ ਉੱਥੇ ਇਕੱਠੇ ਕਰਦੇ ਪਏ ਸੀ ਤਾਂ CID ਵਾਲੇ ਸਾਨੂੰ ਫੋਨ ਕਰਕੇ ਪੁੱਛਦੇ ਵੀ ਕਿੱਥੇ ਆਉਣਾ। ਅਸੀਂ ਦੱਸਿਆ ਸੀ ਵੀ ਨਗਰ ਨਿਗਮ ਦੇ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਆਉਣਾ, ਕਿਉਂਕਿ ਉਹ ਰਿਸਪੌਂਸੀਬਲ ਹੈ, ADC ਵੀ ਆ ਉਹ। ਇਹਨਾਂ ਨੇ ਉਹਨੂੰ ਦੱਸਿਆ, ਅਸੀਂ ਆ ਬੱਸ ਸਟੈਂਡ ਕੋ ਆਉਂਦੇ ਸੀਗੇ ਤੇ ADC ਸਾਹਿਬ ਗੱਡੀ ਚੱਕ ਕੇ ਚਲੇ ਗਏ। ਉਹ ਪੁੱਛਦੇ ਰਹੇ ਵੀ ਹੁਣ ਚੱਲ ਗਿਆ ਕਿ ਨਹੀਂ ਚੱਲ ਗਿਆ। ਅਸੀਂ ਕਹਿ ਕੇ ਗਏ ਸੀ ਬਈ ਜਿੱਥੇ ਤੱਕ ਮਰਜ਼ੀ ਭੱਜ ਲਿਓ, ਤੁਹਾਡੇ ਬਾਹਰ ਬੈਠੇ ਆ। ਤਾਂ ਸ਼ਾਮ ਨੂੰ ਉਹ ਪਸ਼ੂ ਜਿਹੜੇ ਆ ਗਊਸ਼ਾਲਾ ਭੇਜਣੇ ਪਏ ਔਰ ਅੱਜ 1.5 ਘੰਟਾ ਇੱਥੇ ਬੈਠਣਾ ਪਿਆ। ਅਸੀਂ 13 ਤਰੀਕ ਨੂੰ ਇਹ ਗੱਲ ਕਹੀ ਸੀ ਵੀ ਐਸਪੀ ਸਾਹਿਬ 2 ਵਾਰੀ ਤਾਂ ਮਿਲੇ ਨਹੀਂ। ਹੁਣ 27 ਤਰੀਕ ਨੂੰ ਜੇ ਉਹ ਨਹੀਂ ਆਏ ਤਾਂ ਦਫ਼ਤਰ ਦੇ ਗੇਟ ਦੇ ਬਾਹਰ ਬੈਠਾਂਗੇ, ਜਿੱਦਣ ਆਉਣਗੇ ਉਦੋਂ ਮਿਲ ਲਾਂਗੇ। ਤਾਂ ਅੰਦਰ ਬੈਠੇ ਸੀ ਅੱਜ 1.5 ਘੰਟੇ ਬਾਅਦ ਉੱਠ ਕੇ ਬਾਹਰ ਆਉਣਾ ਪਿਆ। ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਹ ਗੱਲ ਦੱਸ ਦਈਏ ਵੀ ਭੁਲੇਖਾ ਨਾ ਰੱਖਣ ਕਿਸੇ ਗੱਲ ਦਾ। ਅੱਜ SP ਦਫ਼ਤਰ ਦੇ ਬਾਹਰ ਬੈਠੇ ਆ ਤਾਂ ਇਹਨਾਂ ਦਾ ਖੂਫੀਆ ਤੰਤਰ SSP ਸਾਹਿਬ ਨੂੰ ਵੀ ਦੱਸਦਾ ਪਿਆ ਵੀ ਇੱਥੇ ਆ ਕੁਝ ਹੋਇਆ ਤੇ ਅਗਲਾ ਸਟੈਪ ਸਾਡਾ। ਗੱਲਾਂ ਬਹੁਤ ਸਾਰੀਆਂ ਨੇ, ਬਹੁਤ ਕੁਝ ਕਿਹਾ ਜਾ ਸਕਦਾ, ਕਿਉਂਕਿ ਸਿਆਸੀ ਲੀਡਰ ਵੀ ਹੋ ਤੁਸੀਂ, ਲੰਬਾ ਭਾਸ਼ਣ ਵੀ ਦੇ ਸਕਦੇ ਆ। ਆਪਾਂ ਭਾਸ਼ਣ ਵੱਲੋਂ ਨਹੀਂ ਜਾਣਾ, ਪਰ ਇੱਕ ਗੱਲ ਮੈਂ ਨੁਕਤਾ ਇਹਦੇ ਵਿੱਚ ਦੱਸਣ ਲੱਗਾ ਤੁਹਾਨੂੰ ਵੀ ਅਸੀਂ ਅਗਲਾ ਸਟੈਪ ਜਿਹੜਾ ਸਾਡਾ SSP ਦਾ ਦਫ਼ਤਰ ਵੀ ਹੋ ਸਕਦਾ। ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ, ਤੁਸੀਂ ਵੀ ਜਾਣਦੇ ਹੋ, ਤੁਸੀਂ ਸਿਆਸੀ ਪਾਰਟੀ ਦੇ ਆਗੂ ਹੋ। ਸਿਆਸੀ ਪਾਰਟੀਆਂ ਬਾਕੀ ਵੀ ਬਹੁਤ ਸਾਰੀਆਂ ਹੁੰਦੀਆਂ ਤੇ ਸਿਆਸੀ ਤੌਰ ਤੇ ਪਰਚੇ ਦਰਜ ਵੀ ਕਰਵਾਏ ਜਾਂਦੇ ਆ, ਸਿਆਸੀ ਤੌਰ ਤੇ ਪਰਚੇ ਰੱਦ ਵੀ ਕਰਵਾਏ ਜਾਂਦੇ ਆ। ਦੋਨੋਂ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨੇ। ਉਹ ਸਿਆਸੀ ਪਰਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਅਲੱਗਾ ਕਰ ਲਈਏ। ਆ ਜਿਹੜੇ ਆਮ ਲੋਕ ਜਿਨ੍ਹਾਂ ਨਾਲ ਗੱਲ ਕੀਤੀ ਹੈ ਨਾ, ਜਿਹੜੇ ਖੱਜਲ ਖੁਆਰ ਹੋ ਰਹੇ ਨੇ, ਸਹੀ ਮਾਇਨਿਆਂ ਦੇ ਵਿੱਚ ਜਿਨ੍ਹਾਂ ਨੂੰ ਇਨਸਾਫ ਦੀ ਦਰਕਾਰ ਹੈਗੀ ਆ, ਪਤਾ ਨਹੀਂ ਕਿੰਨੀ ਵਾਰੀ ਉਹ ਨਿਰਾਸ਼ ਹੋ ਕੇ ਨਾ ਥਾਣਿਆਂ ਕਚਹਿਰੀਆਂ 'ਚ ਜਾਂਦੇ। ਲੱਗਦਾ ਨਹੀਂ ਹੈ ਭਾਵੇਂ ਕੋਈ ਪਾਰਟੀ ਸੱਤਾ 'ਚ ਬੈਠੀ ਹੈ, ਭਾਵੇਂ ਕੋਈ ਪਾਰਟੀ ਸੱਤਾ ਤੋਂ ਬਾਹਰ ਬੈਠੀ ਹੈ, ਘੱਟੋ ਘੱਟ ਜਿਹੜਾ ਸਹੀ ਲੱਗਦਾ ਹੈ ਕਿ ਆਹ ਬੰਦਾ ਨੁਕਤੇ ਦੇ ਮੁਤਾਬਕ ਸਹੀ ਹੈ, ਇਹਦੇ ਨਾਲ ਧੱਕਾ ਹੋਇਆ, ਉਹਦੇ ਹੱਕ ਦੇ ਵਿੱਚ ਖੜਨ ਦੀ ਲੋੜ ਆ। ਇਕੱਲੇ ਤੁਸੀਂ ਨਹੀਂ, ਬਾਕੀ ਪਾਰਟੀਆਂ ਨੂੰ ਵੀ ਇਦਾਂ ਹੀ ਆਉਣ ਦੀ ਲੋੜ ਆ। ਇਹ ਤਾਂ ਉਹਨਾਂ ਨੂੰ ਚਾਹੀਦਾ ਹੀ ਆ। ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਦੋਂ ਬੰਦਾ ਇਲੈਕਸ਼ਨ ਲੜਦਾ ਉਦੋਂ ਕਿਸੇ ਪਾਰਟੀ ਦਾ ਹੁੰਦਾ ਉਹ, ਜਦੋਂ ਇਲੈਕਸ਼ਨ ਲੜਦਾ, ਜਦੋਂ ਬੰਦਾ ਜਿੱਤ ਗਿਆ ਫਿਰ ਸਾਰਿਆਂ ਦਾ। ਫਿਰ ਨਹੀਂ ਉਹਨੂੰ ਮਨ 'ਚ ਇਹ ਗੱਲ ਰੱਖਣੀ ਚਾਹੀਦੀ ਕਿ ਆਹ ਬੰਦਾ ਮੇਰੇ ਖਿਲਾਫ ਸੀਗਾ, ਮੈਂ ਇਹਦਾ ਕੰਮ ਨਹੀਂ ਕਰਨਾ, ਜਾਂ ਮੈਂ ਤੂੰ ਝੂਠੇ ਪਰਚੇ ਫਸਾਉਣਾ, ਜਾਂ ਆਹ ਮੇਰਾ ਹਮੈਤੀ ਸੀ ਜਿੰਨਾ ਮਰਜ਼ੀ ਗਲਤ ਕੰਮ ਕਰ ਲਵੇ, ਇਹਨੂੰ ਮੈਂ ਤੱਤੀ ਵਾਹ ਨਹੀਂ ਲੱਗਣ ਦੇਣੀ, ਉਹਨੂੰ ਨਹੀਂ ਇਹ ਕੰਮ ਕਰਨਾ। ਲੇਕਿਨ ਇੱਥੇ ਹੋ ਹੀ ਰਿਹਾ। ਸਾਡਾ ਦੁਖਾਂਤ ਇਹ ਆ, ਜੇ ਅਕਾਲੀ BJP 10 ਸਾਲ ਸੱਤਾ ਦੇ ਵਿੱਚ ਰਹੇ ਆ, ਉਹਨਾਂ ਨੇ ਵੀ ਲੋਕਾਂ ਦੇ ਜੁਰਮ ਕੀਤੇ ਵੀ ਇਹ ਮੇਰੇ ਵਿਰੋਧੀ ਆ, ਦੇ ਦਿਓ ਝੂਠਾ ਪਰਚਾ, ਫਸਾ ਦਿਓ ਝੂਠੇ ਕੇਸ ਦੇ ਵਿੱਚ। ਹੁਣ ਜਦੋਂ ਸੱਤਾ ਤੋਂ ਬਾਹਰ ਗਿਆ, ਅੱਜ ਕਾਂਗਰਸ ਆ ਗਈ, ਉਹ ਵੀ ਇਹ ਕੰਮ ਕਰਨ ਲੱਗ ਪਏ। ਹੁਣ BJP ਵਾਲੇ ਰੌਲਾ ਪਾਉਂਦੇ ਆ ਵੀ ਯਾਰ ਇਹ ਤਾਂ ਸਾਡੇ ਤੇ ਜ਼ੁਲਮ ਬਹੁਤ ਕਰਦੇ। ਮੈਂ ਕਿਹਾ ਆਪਣਾ ਬੀਜੇ ਵੱਢਣ ਡਏ ਹੋ, ਤੁਸੀਂ ਵੀ ਆਹੀ ਕੁਛ ਕੀਤਾ ਸੀ, ਹੁਣ ਇਹ ਵੀ ਆਹੀ ਕੁਛ ਕਰਨ ਡਏ ਆ। ਲੇਕਿਨ ਅਸੀਂ
ਅਸੀਂ ਲੋਕਾਂ ਦੇ ਨਾਲ ਉਹਨਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਖੜੇ ਹਾਂ। ਔਰ ਇਹ ਗੱਲ ਜਿਹੜੀ ਹੈਗੀ ਆ ਮਹਿਜ਼ ਇੱਕ ਪੋਲੀਟੀਕਲ ਸਟੰਟ ਨਹੀਂ, ਇਹ ਜੋ ਵੀ ਹੈ ਇਹ ਉਹਨਾਂ ਦੇ ਦਰਦ ਦੀ ਆਵਾਜ਼ ਅਸੀਂ ਮਹਿਸੂਸ ਕਰ ਰਹੇ ਹਾਂ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਤੱਕ ਲੜਾਈ ਜਿਹੜੀ ਆ ਜਾਰੀ ਰਹੇਗੀ। ਲੜਾਈ ਜਾਰੀ ਰਹੇਗੀ ਇਨਸਾਫ ਦਿਵਾਉਣ ਤੱਕ। ਜਰਨੈਲ ਨੰਗਲ ਹੋਰੀ ਸਿਆਸੀ ਪਾਰਟੀ ਦੇ ਨੁਮਾਇੰਦੇ ਆ, ਦਾਅਵਾ ਕਰਦੇ ਆ ਕਿ ਉਹ ਲੋਕਾਂ ਦੇ ਇਨਸਾਫ ਲਈ ਲੜਾਈ ਲੜਨਗੇ। ਕਿੰਨੀ ਲੜਦੇ ਆ, ਕਿੱਥੋਂ ਤੱਕ ਲੜਦੇ ਆ ਉਹ ਜਾਣਦੇ ਨੇ, ਜਾਂ ਫਿਰ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਭਵਿੱਖ ਦੇ ਵਿੱਚ ਉਹ ਦੱਸਣਗੀਆਂ। ਪਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਹੰਬੇ ਹਾਰੇ ਲੋਕ, ਮਾਯੂਸ ਲੋਕਾਂ ਦਾ ਇਸਤੇਮਾਲ ਸਿਆਸਤ ਲਈ ਅਕਸਰ ਕੀਤਾ ਜਾਂਦਾ ਹੈ। ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅੱਜ ਦੀ ਇਸ ਪੁਲਿਸ ਖਿਲਾਫ ਪੰਚਾਇਤ ਦੇ ਵਿੱਚ ਜਦੋਂ ਲੋਕਾਂ ਨੇ ਆਪਣੇ ਮਸਲੇ ਰੱਖੇ ਤੇ ਸੰਬੰਧਿਤ ਥਾਣਿਆਂ ਦੇ ਕੁਝ SHOs ਜਿਹੜੇ ਸੀਗੇ ਉਹ ਵੀ ਪਹੁੰਚੇ ਹੋਏ ਸੀਗੇ, ਉਹਨਾਂ ਦੇ ਨਾਲ ਸਵਾਲ ਜਵਾਬ ਹੋਏ ਤੇ ਉਹਨਾਂ ਨੇ ਕਈਆਂ ਨੇ ਇਹ ਕਿਹਾ ਕਿ ਮੈਂ ਤਾਂ 2 ਮਹੀਨੇ ਪਹਿਲਾਂ ਆਇਆ, ਮੈਂ ਤਾਂ 3 ਮਹੀਨੇ ਪਹਿਲਾਂ ਆਇਆ, ਮੇਰੇ ਤੋਂ ਪਹਿਲਾਂ ਵਾਲੇ SHO ਦੇ ਕੋਲ ਮਾਮਲਾ ਸੀ, ਮੈਨੂੰ ਨਹੀਂ ਪਤਾ, ਹੁਣ ਮੈਂ ਦੇਖਾਂਗਾ। ਇਦਾਂ ਦੀਆਂ ਬਹਾਨੇਬਾਜ਼ੀਆਂ ਜਾਂ ਮਜਬੂਰੀਆਂ ਕਹਿ ਸਕਦੇ ਹਾਂ ਕਿ ਇਹ ਦੋਨੋਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ SP ਹੋਰਾਂ ਨਾਲ ਗੱਲਬਾਤ ਕੀਤੀ, SP ਸਾਹਿਬ ਦਾ ਕੀ ਜਵਾਬ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। 3 SHO ਸਿਟੀ ਕੋਲ ਨੇ ਔਰ 3 ਹੀ SHO ਸਦਰ ਕੋਲ ਜਿਹੜੇ ਆਲਰੇਡੀ ਚੱਲਦੇ ਪਏ ਨੇ ਮੈਟਰ, ਠੀਕ ਹੈ ਜੀ। ਲਾਗੇ ਮੇਰੇ ਬੈਠੇ ਸੀ SHO ਦੋਵਾਂ ਨੂੰ ਮੈਂ ਕਿਹਾ, ਉਹਨਾਂ ਨੂੰ ਦੋਵਾਂ ਨੇ ਦੇ ਦਿੱਤਾ ਵੀ ਸਾਡੇ ਕੋਲ ਆਲਰੇਡੀ ਇਹ ਮੈਟਰ ਚੱਲਦੇ ਪਏ ਨੇ, ਠੀਕ ਹੈ ਜੀ। ਜੇ ਕੋਈ ਇੱਕ ਦਾ ਹੈਗਾ ਸਤਨਾਮਪੁਰੇ ਦਾ, ਇੱਕ ਹੈਗਾ ਵਾ ਉਹ SHO ਸਤਨਾਮਪੁਰੇ ਦਾ, ਆਲਰੇਡੀ ਮੈਟਰ ਚੱਲਦੇ ਪਏ ਨੇ। ਜਿਹੜੇ ਚੱਲਦੇ ਪਏ ਨੇ ਉਹਨਾਂ ਨੇ ਆਪਣੀ ਪ੍ਰੋਸੀਡਿੰਗ ਜਿਹੜੀ ਹੈਗੀ ਆ ਉਹਦੇ ਲਾਅ ਦੇ ਮੁਤਾਬਿਕ ਜਾਂ ਕਾਨੂੰਨ ਦੇ ਮੁਤਾਬਿਕ ਉਹ ਜਿਹੜਾ ਟਾਈਮਿੰਗ ਹੈਗਾ ਉਹਦੇ ਮੁਤਾਬਿਕ ਨਾਲ ਖਤਮ ਹੋਣੀ। ਪੁਰਾਣੀਆਂ ਕਾਫੀ ਪੈਂਡਿੰਗ ਆ ਜਿਹੜੀਆਂ ਅਸੀਂ ਡੇ ਬਾਈ ਡੇ ਜਿਹੜੀਆਂ ਉਹਦੀ ਪ੍ਰੋਗਰੈਸ ਕਰਦੇ ਪਏ ਹਾਂ। ਇਸ ਤੋਂ ਇਲਾਵਾ ਜਿਹੜਾ ਪੁਲਿਸ ਸਟੇਸ਼ਨ 'ਚ 650 ਕੇਸ ਪੈਂਡਿੰਗ ਸੀ ਉਹ ਹੁਣ ਜਿਹੜਾ 550 ਰਹਿ ਗਿਆ। ਅਸੀਂ ਇਹ ਨਹੀਂ ਕਹਿ ਸਕਦੇ, ਜਿਹੜੀ ਪਾਰਟੀ ਨੂੰ ਕੋਈ ਦੁੱਖ ਤਕਲੀਫ ਆ ਉਹ ਸਾਡੇ ਕੋਲ ਆ ਕੇ ਦੱਸ ਸਕਦੀ ਆ। ਜੇ ਇਹਨਾਂ ਦੇ ਵਿੱਚੋਂ ਕੋਈ ਵੀ ਕੰਪਲੇਨੈਂਟ ਆ ਜਿਹੜਾ ਉਹ ਸਾਡੇ ਕੋਲ, ਹੁਣ ਇਹਨਾਂ ਦਾ 2018 ਦਾ ਮੈਟਰ ਹੈ, 2018 ਤੋਂ ਬਾਅਦ ਆ ਕੇ ਜਦੋਂ ਹੋ ਸਕਦਾ ਵੀ ਉਸ ਟਾਈਮ ਦੇ ਉੱਤੇ ਕਿਸੇ ਕੋਈ ਡਿਲੇ ਹੋ ਗਈ ਹੋਵੇ, ਪਰ ਇਹਨਾਂ ਨੂੰ ਪੁੱਛੋ ਵੀ ਜਿਹੜੇ ਮੈਨੂੰ 1.5-2 ਮਹੀਨੇ ਹੋ ਗਏ ਇੱਥੇ ਲੱਗਿਆ ਨੂੰ, ਇਹ ਮੈਨੂੰ ਆ ਕੇ ਇਹਨਾਂ ਨੇ ਆਪਣਾ ਕੋਈ ਪੱਖ ਦੱਸਿਆ ਜਾਂ ਵੀ ਆਹ ਪ੍ਰੋਸੀਡਿੰਗ ਆ ਜਿਹੜੀ ਉਹ ਸਾਡੀ ਜਿਹੜੀ ਨਹੀਂ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਜਿਹੜੇ ਇਨਸਾਫ ਦੀ ਦੁਹਾਈ ਪਾ ਰਹੇ ਨੇ, ਇਹ ਲੋਕ ਜਿਹੜੇ ਇਨਸਾਫ ਲਈ ਥਾਣਿਆਂ ਕਚਹਿਰੀਆਂ ਦੇ ਗੇੜੇ ਕੱਢ ਰਹੇ ਨੇ, ਉਹਨਾਂ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ। ਚਾਹੇ ਪੁਲਿਸ ਅਧਿਕਾਰੀ ਨੇ, ਕਿਉਂਕਿ ਉਹਨਾਂ ਨੂੰ ਡਿਊਟੀ ਹੀ ਇਹ ਦਿੱਤੀ ਗਈ ਹੈ, ਉਹ ਤਨਖਾਹ ਹੀ ਇਸੇ ਗੱਲ ਦੀ ਲੈਂਦੇ ਨੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਕਿ ਉਹਨਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣਾ ਆ। ਤੇ ਥਾਣਿਆਂ ਕਚਹਿਰੀਆਂ ਦੇ ਵਿੱਚ ਜੇ ਆਮ ਵਿਅਕਤੀ ਨੂੰ ਖੱਜਲ ਹੋਣਾ ਪੈਂਦਾ ਹੈ ਤੇ ਮੇਰਾ ਖਿਆਲ ਹੈ ਕਿ ਆਜ਼ਾਦੀ ਦੇ 70 ਤੋਂ ਵੱਧ ਸਾਲ ਵੀ ਜਾਣ ਤੋਂ ਬਾਅਦ ਵੀ ਅਸੀਂ ਇਹ ਗੱਲ ਹਿੱਕ ਥਾਪੜ ਕੇ ਕਹਿ ਸਕਦੇ। ਹਾਲਾਂਕਿ ਇਹ ਗੱਲ ਕਹਿਣ ਲੱਗਿਆਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਅੱਜ ਆਮ ਵਿਅਕਤੀ ਜਿਹੜਾ ਆ, ਨਾਗਰਿਕ ਜਿਹੜਾ ਆ, ਉਹ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਤੇ ਉਹਨੂੰ ਸਹੀ ਸਮੇਂ ਤੇ ਇਨਸਾਫ ਨਹੀਂ ਮਿਲ ਰਿਹਾ। ਤੇ ਗੱਲ ਉੱਥੇ ਹੀ ਖਤਮ ਹੁੰਦੀ ਹੈ ਕਿ ਦੇਰ ਨਾਲ ਮਿਲਿਆ ਹੋਇਆ ਇਨਸਾਫ ਵੀ ਕਦੀ ਇਨਸਾਫ ਨਹੀਂ ਕਿਹਾ ਜਾ ਸਕਦਾ। ਇਹ ਸਿਰਫ ਫਗਵਾੜੇ ਦੀ ਗੱਲ ਸੀ। ਇੱਕ ਵਾਰ ਫੇਰ ਕਹਿਣਾ ਆ ਕਿ ਅਸੀਂ ਨਾ ਤਾਂ ਕਿਸੇ ਨੂੰ ਕਲੀਨ ਚਿੱਟ ਦੇ ਰਹੇ ਹਾਂ ਇੱਥੇ ਤੇ ਨਾ ਹੀ ਕਿਸੇ ਨੂੰ ਦੋਸ਼ੀ ਠਹਿਰਾ ਰਹੇ ਹਾਂ। ਜਾਂਚ ਪਰਖ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਪਰ ਜੇ ਫਗਵਾੜੇ ਦੇ ਵਿੱਚ ਆਹ ਹਾਲ ਨੇ, ਇੰਨੇ ਵੱਡੇ ਪੱਧਰ ਤੇ ਕੇਸ ਨੇ, ਤੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਭਰ ਦੇ ਵਿੱਚ ਕਿੱਦਾਂ ਦੀਆਂ ਪ੍ਰਸਥਿਤੀਆਂ ਹੋਣਗੀਆਂ, ਪਿੰਡਾਂ ਥਾਵਾਂ ਸ਼ਹਿਰਾਂ ਦੇ ਵਿੱਚ ਕਿੱਦਾਂ ਦੀਆਂ ਪ੍ਰਸਥਿਤੀਆਂ ਹੋਣਗੀਆਂ। ਸਾਡੀਆਂ ਸਰਕਾਰਾਂ ਨੂੰ, ਸਾਡੇ ਲੋਕ ਨੁਮਾਇੰਦਿਆਂ ਨੂੰ, ਇਹਨਾਂ ਪੁਲਿਸ ਥਾਣਿਆਂ ਦੇ ਵਿੱਚ ਬੈਠੇ SHOs ਨੂੰ, ਉੱਚ ਅਧਿਕਾਰੀਆਂ ਨੂੰ ਜ਼ਰੂਰ ਧਿਆਨ ਦੇਣਾ ਪਏਗਾ ਕਿ ਜੇ ਇਸ ਇਨਸਾਫ ਦੀ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਤੇਜ਼ ਕਰ ਦਿੱਤਾ ਜਾਵੇ, ਨਿਰਪੱਖ ਕਰ ਦਿੱਤਾ ਜਾਵੇ ਤੇ ਸ਼ਾਇਦ ਸਥਿਤੀਆਂ ਬਿਹਤਰ ਹੋ ਸਕਦੀਆਂ ਨੇ। ਫਿਲਹਾਲ ਇਸੇ ਦੇ ਨਾਲ ਆਪਣੇ ਜਸਵੀਰ ਤੇ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।